ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 395 ਤੇ ਪਹਿਲੀ ਪੰਕਤੀ ਹੈ, ਉਸ ਲਿਖਿਆ ਰਹਾਓ। 395 ਪਹਿਲੀ ਪੰਕਤੀ। ਪੰਜ ਪਾਤਸ਼ਾਹ ਫਰਮਾਨ ਕਰਦੇ ਨੇ, ਸੰਗ ਹੋਵਤ ਕੋ ਜਾਣਤ ਦੂਰ, ਸੋ ਜਨ ਮਰਤਾ ਨਿਤ ਨਿਤ ਝੂਰ। ਜਿਹੜਾ ਪਰਮਾਤਮਾ ਹੈਗਾ ਨਾਲ, ਜਿਹੜਾ ਉਹਨੂੰ ਦੂਰ ਸਮਝਦਾ ਹੈ, ਉਹ ਫਿਰ ਹਮੇਸ਼ਾ ਝੁਰ ਝੁਰ ਕੇ ਮਰ ਜਾਂਦਾ ਹੈ, ਉਹ ਦੁਖੀ ਹੁੰਦਾ ਰਹਿੰਦਾ। ਕਿਉਂਕਿ ਜਦੋਂ ਅਸੀਂ ਉਸਨੂੰ ਦੂਰ ਸਮਝਦੇ ਹਾਂ, ਫਿਰ ਅਸੀਂ ਆਪਣੀ ਮਨ ਮਰਜ਼ੀ ਕਰਦੇ ਹਾਂ, ਡਰਦੇ ਨਹੀਂ ਵੀ ਮੈਨੂੰ ਕਿਹੜਾ ਕੋਈ ਵੇਖ ਰਿਹਾ। ਪਰਮਾਤਮਾ ਹਰ ਇੱਕ ਨੂੰ ਵੇਖ ਰਿਹਾ ਹੈ। ਗੁਰੂ ਆਪਣੇ ਸਿੱਖ ਨੂੰ ਵੇਖ ਰਿਹਾ ਹੈ। ਗੁਰੂ ਸਿਰਫ ਉਸ ਨੂੰ ਵੇਖਦਾ ਹੈ ਜੋ ਉਹਦਾ ਸਿੱਖ ਹੈ। ਉਹਨੂੰ ਗੁਰੂ ਵੇਖ ਰਿਹਾ ਕਿ ਮੇਰਾ ਸਿੱਖ ਕੀ ਕਰ ਰਿਹਾ ਹੈ। ਮੈਂ ਜਿਹਨੂੰ ਰਹਿਤਾਂ ਕੁਰਤਿਆਂ ਦੱਸੀਆਂ ਸਨ, ਕੀ ਉਸ ਦੀ ਇਹ ਪਾਲਣਾ ਕਰ ਰਿਹਾ ਹੈ ਕਿ ਆਪਣੀ ਮਰਜ਼ੀ ਕਰ ਰਿਹਾ ਹੈ। ਜੇ ਤੇ ਗੁਰੂ ਮਹਾਰਾਜ ਜਿਹੜੇ ਰਹਿਤਾਂ ਕੁਰਤਿਆਂ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਦੱਸੀਆਂ ਸਨ, ਖੁਸ਼ ਨੇ। ਅਤੇ ਜੇ ਅਸੀਂ ਗੁਰੂ ਨੂੰ ਦੂਰ ਸਮਝਦੇ ਹਾਂ, ਰੱਬ ਨੂੰ ਦੂਰ ਸਮਝਦੇ ਹਾਂ, ਫਿਰ ਅਸੀਂ ਆਪਣੀ ਮਨ ਮਰਜ਼ੀ ਕਰਦੇ ਹਾਂ। ਜਦੋਂ ਮਨ ਮਰਜ਼ੀ ਕਰਦੇ ਹਾਂ ਤਾਂ ਫਿਰ ਮਨ ਤਾਂ ਸਾਡਾ ਖੋਟਾ ਹੈ, ਇਸ ਲਈ ਸਾਡੇ ਤੋਂ ਕੋਈ ਪੁੱਠਾ ਕੰਮ ਕਰਵਾ ਦਿੰਦਾ ਹੈ ਅਤੇ ਫਿਰ ਅਸੀਂ ਦੁੱਖ ਭੋਗਦੇ ਰਹਿੰਦੇ ਹਾਂ। ਇਸ ਕਰਕੇ ਸੰਗ ਹੋਵਤ, ਜੋ ਸਦਾ ਨਾਲ ਹੈ, ਪਾ ਜੋ ਪਰਮਾਤਮਾ ਨਾਲ ਹੈ, ਕੋ ਜਾਣਤ ਦੂਰ, ਉਸ ਨੂੰ ਇਹ ਦੂਰ ਸਮਝਦਾ ਹੈ। ਸੋ ਜਨ ਮਰਤਾ ਨਿਤ ਨਿਤ ਝੂਰ, ਨਿਤ ਨਿਤ ਨਾ ਹਮੇਸ਼ਾ। ਝੂਰ ਹੁੰਦਾ ਝੁਰ ਝੁਰ ਕੇ ਮਰਨਾ। ਉਹ ਵਿਅਕਤੀ ਫਿਰ ਝੁਰ ਝੁਰ ਕੇ ਮਰਦਾ ਰਹਿੰਦਾ। ਜਿਨ ਸਭ ਕੁਛ ਦੀਆ ਤਿਸ ਚਿਤਵਤ ਨਾਹੀਂ। ਜਿਸ ਪਰਮਾਤਮਾ ਨੇ ਮਨੁੱਖ ਨੂੰ ਸਭ ਕੁਝ ਦਿੱਤਾ ਹੋਇਆ ਹੈ, ਤਿਸ ਚਿਤਵਤ ਨਾਹੀਂ, ਉਹਨੂੰ ਇਹ ਯਾਦ ਹੀ ਨਹੀਂ ਕਰਦਾ। ਕਿਉਂ? ਇਹਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਜੋ ਕੁਛ ਮੇਰੇ ਕੋਲ ਹੈ ਤੇ ਪਰਮਾਤਮਾ ਦਿੱਤਾ ਹੋਇਆ। ਇਹ ਵਿਸ਼ਵਾਸ ਹੀ ਨਹੀਂ ਆਉਂਦਾ। ਇਸ ਲਈ ਉਹ ਰੱਬ ਨੂੰ ਯਾਦ ਹੀ ਨਹੀਂ ਕਰਦਾ। ਉਹ ਕਹਿੰਦਾ ਮੈਂ ਤਾਂ ਆਪਣੀ ਮਿਹਨਤ ਕਰਕੇ ਕੀਤਾ। ਉਹਨੂੰ ਇਹ ਗਿਆਨ ਨਹੀਂ ਕਿ ਜਿਹੜਾ ਮਿਹਨਤ ਦਾ ਗੁਣ ਹੈ, ਇਹ ਤੇਰੇ 'ਚ ਪਰਮਾਤਮਾ ਨੇ ਪੈਦਾ ਕੀਤਾ। ਜੋ ਤੇਰੇ 'ਚ ਗੁਣ ਹੀ ਨਾ ਪੈਦਾ ਕਰਦਾ, ਫਿਰ ਤੂੰ ਕਿਵੇਂ ਕਮਾ ਲੈਂਦਾ ਵੇ। ਇੱਕ ਬੱਚਾ ਕਹਿੰਦਾ ਮੈਂ ਬਹੁਤ ਮਿਹਨਤ ਕੀਤੀ ਤਾਂ ਫਸਟ ਆਇਆ ਹਾਂ। ਠੀਕ ਹੈ ਨਾ, ਮਿਹਨਤ ਕੀਤੀ, ਪਰ ਮਿਹਨਤ ਦਾ ਗੁਣ ਕਿਸੇ ਨੇ ਦਿੱਤਾ? ਉਹ ਪਰਮਾਤਮਾ ਨੇ ਦਿੱਤਾ। ਜੋ ਗੁਣ ਹੀ ਨਾ ਦਿੱਤਾ, ਅਵਾਰਾਗਰਦੀ ਦਾ ਔਗਣ ਦੇ ਦਿੰਦਾ, ਫਿਰ ਕੀ ਕਰਦਾ? ਅਜੇ ਮਨੁੱਖ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਕਿ ਜੋ ਕੁਛ ਵੀ ਮੇਰੇ ਕੋਲ ਹੈ, ਇਹ ਸਭ ਪਰਮਾਤਮਾ ਦਿੱਤਾ ਹੋਇਆ ਹੈ। ਜਦੋਂ ਯਾਦ ਆ ਜਾਏਗਾ, ਫਿਰ ਅਸੀਂ ਉਹ ਦਿੱਤਾ, ਜਿਹੜਾ ਸਾਨੂੰ ਭਾਈ ਦੇਵੇ ਕੋਈ ਚੀਜ਼, ਸਾਡੀ ਮਦਦ ਕਰੇ, ਫਿਰ ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਕੁਝ ਲੋਕ ਜ਼ਰੂਰ ਜਿਹੜੇ ਨੇ ਨਾ ਸ਼ੁਕਰੇ ਹੁੰਦੇ ਨੇ। ਔਖੇ ਵੇਲੇ ਕਿਸੇ ਨੇ ਤੁਹਾਡੀ ਸਹਾਇਤਾ ਕੀਤੀ ਕਿ ਚੱਲ ਭਾਈ ਤੂੰ ਸਮਾਂ ਪਾ ਕੇ ਮੇਰੇ ਪੈਸੇ ਮੋੜ ਦੇਂ, ਕਈ ਮੋੜਦੇ ਹੀ ਨਹੀਂ ਹੈਗੇ। ਸ਼ੁਕਰਾਨਾ ਤਾਂ ਉਹਨੇ ਕੀ ਕਰਨਾ ਸੀ, ਸਗੋਂ ਉਹਨੂੰ ਮੂਰਖ ਬਣਾ ਕੇ ਖੁਸ਼ ਹੁੰਦੇ ਨੇ। ਮੈਂ ਆਪਣੇ ਦੋਸਤ ਨੂੰ ਮੂਰਖ ਬਣਾਇਆ, ਮੈਂ ਆਪਣੇ ਰਿਸ਼ਤੇਦਾਰ ਨੂੰ ਮੂਰਖ ਬਣਾਇਆ। ਇਹ ਨਹੀਂ ਪਤਾ ਸੱਜਣਾ ਕਿ ਇਹਦੇ ਬਦਲੇ ਪਤਾ ਨਹੀਂ ਕਿੰਨੇ ਕੁ ਮੋੜਨੇ ਪੈਣੇ ਨੇ, ਕਿੰਨਾ ਕੁ ਅੱਗੇ ਜਦੋਂ ਤੇਰਾ ਨੁਕਸਾਨ ਹੋ ਜਾਣਾ। ਕਰ ਲੈ ਹੁਣ ਜਿਹੜਾ ਕਰਨਾ। ਹੁਣ ਲੱਖਾਂ ਦਾ ਨੁਕਸਾਨ ਕਰੇਗਾ, ਕਰੋੜਾਂ ਦਾ ਹੋ ਜਾਏਗਾ, ਭੁੱਖਾ ਨੰਗਾ ਫਿਰੀ ਜਾਣਾ। ਫਿਰ ਸਮਝ ਨਹੀਂ ਆਉਣੀ, ਫਿਰ ਸਮਝ ਨਹੀਂ ਆਉਣੀ। ਕਿਉਂਕਿ ਜੋ ਵੀ ਕਰਮ ਹੋ ਰਿਹਾ ਹੈ, ਉਹਦਾ ਫਲ ਤਾਂ ਮਿਲਣਾ ਹੀ ਮਿਲਣਾ ਹੈ।
ਕੋਈ ਵੀ ਕਰਮ ਫਲ ਤੋਂ ਬਿਨਾਂ ਨਹੀਂ ਜਾਇਆ ਕਰਦਾ। ਚੰਗਾ ਕਰ ਲਓ, ਮੰਦਾ ਕਰ ਲਓ। ਭਾਈ ਗੁਰਦਾਸ ਜੀ ਕਹਿੰਦੇ ਤੁਹਾਨੂੰ ਉਹੀ ਮਿਲਣਾ ਜੋ ਤੁਸੀਂ ਦੂਜਿਆਂ ਨੂੰ ਦਿੱਤਾ ਹੈ। ਸੁੱਖ ਦਿੱਤਾ ਸੁੱਖ ਮਿਲਣਾ, ਦੁੱਖ ਦਿੱਤਾ ਦੁੱਖ ਮਿਲਣਾ। ਜੋ ਕੁਛ ਕਿਸੇ ਨੂੰ ਦਿੱਤਾ ਹੈ ਗਿਵ ਐਂਡ ਟੇਕ ਹੈ। ਦਿੱਤੇ ਬਿਨਾਂ ਭਾਈ ਗੁਰਦਾਸ ਜੀ ਕਹਿੰਦੇ ਕੁਝ ਨਹੀਂ ਮਿਲਦਾ। ਆਪਾਂ ਨੂੰ ਕਿਸੇ ਤੋਂ ਕੁਛ ਮਿਲ ਰਿਹਾ ਹੈ, ਅਸੀਂ ਕਿਸੇ ਜਨਮ 'ਚ ਉਸ ਨੂੰ ਦਿੱਤਾ ਹੁੰਦਾ, ਉਹ ਤਾਂ ਮਿਲ ਰਿਹਾ ਹੈ। ਆਪਾਂ ਨੂੰ ਪਤਾ ਨਹੀਂ, ਕਿਉਂਕਿ ਆਪਾਂ ਨੇ ਹੁਣ ਤਾਂ ਪਤਾ ਨਹੀਂ ਕਿੰਨੇ ਕੁ ਜੀਵਨ ਬਤੀਤ ਕਰ ਲਏ ਹਨ। ਪਤਾ ਨਹੀਂ ਕਿਹੜੇ ਜੀਵਨ 'ਚ ਕਿਸੇ ਨੂੰ ਦਿੱਤਾ ਸੀ, ਉਹ ਹੁਣ ਲੈ ਰਿਹਾ ਹੈ। ਉਹ ਲੈ ਰਿਹਾ। ਕਿਸੇ ਤੋਂ ਅਸੀਂ ਲਿਆ ਸੀ, ਉਸ ਨੂੰ ਅਸੀਂ ਦੇ ਰਹੇ। ਭਾਈ ਗੁਰਦਾਸ ਜੀ ਕਹਿੰਦੇ ਸਾਨੂੰ ਉਹੀ ਕੁਛ ਮਿਲਦਾ ਹੈ ਜੋ ਅਸੀਂ ਕਿਸੇ ਨੂੰ ਦਿੱਤਾ ਹੋਇਆ, ਬਿਨਾਂ ਦਿੱਤੇ ਕੁਛ ਮਿਲਦਾ ਹੀ ਨਹੀਂ। ਇਸ ਕਰਕੇ ਮਨੁੱਖ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਜੇ ਗਿਆਨ ਹੈ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੈ। ਗਿਆਨ ਤਾਂ ਮੈਂ ਕਈ ਵਾਰ ਕਰਵਾ ਦਿੱਤਾ ਹੈ ਬਾਣੀ ਰਾਹੀਂ, ਪਰ ਵਿਸ਼ਵਾਸ ਨਹੀਂ ਆ ਰਿਹਾ ਹੈ ਕਿ ਜੋ ਕੁਛ ਵੀ ਮੇਰੇ ਕੋਲ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਵਿਸ਼ਵਾਸ ਨਹੀਂ ਆਉਂਦਾ। ਇਸ ਕਰਕੇ ਗੁਰੂ ਮਹਾਰਾਜ ਜਿਨ ਸਭ ਕੁਛ ਦੀਆ ਤਿਸ ਚਿਤਵੈ ਚਿਤਵਤ ਨਾਹੀਂ। ਜਿਸ ਪਰਮਾਤਮਾ ਨੂੰ ਸਭ ਕੁਝ ਦਿੱਤਾ ਉਸ ਨੂੰ ਇਹ ਯਾਦ ਹੀ ਨਹੀਂ ਕਰਦਾ। ਉਹਦਾ ਨਾਮ ਜਪਣਾ, ਉਹਦਾ ਸ਼ੁਕਰਾਨਾ ਕਰਨਾ ਹੈ, ਉਹਦਾ ਧੰਨਵਾਦ ਕਰਨਾ ਹੈ। ਉਹਦੇ ਸ਼ੁਕਰਾਨੇ ਦੇ ਇਹੀ ਢੰਗ ਹੈ ਕਿ ਉਹਦਾ ਨਾਮ ਜਪੋ। ਮਹਾਂ ਵਿਖਿਆ ਮੈਂ ਦਿਨ ਰਹਿਣ ਜਾਹੇ। ਮਹਾਂ ਵਿਖਿਆ ਮਾਇਆ ਨੂੰ ਕਹਿੰਦੇ ਨੇ। ਦਿਨ ਰਾਤ ਉਹਦਾ ਮਾਇਆ ਬਾਰੇ ਸੋਚਦਿਆਂ ਹੀ ਲੰਘ ਜਾਂਦਾ ਹੈ ਵੀ ਕਿਵੇਂ ਹੋਰ ਮਾਇਆ ਕਮਾਵਾਂ, ਕਿਵੇਂ ਕਮਾਵਾਂ। ਜੇ ਬਹੁਤੀ ਹੋ ਗਈ ਇਹਨੂੰ ਟੈਕਸ ਤੋਂ ਕਿਵੇਂ ਬਚਾਵਾਂ। ਕਰਮਚਾਰੀ ਨੂੰ ਟੈਕਸ ਦੇਣਾ ਪੈਂਦਾ। ਆਹ ਦੁਕਾਨਦਾਰ ਬਹੁਤ ਘੱਟ ਟੈਕਸ ਦਿੰਦੇ, ਹਾਲਾਂਕਿ ਕਰੋੜਾਂ ਰੁਪਏ ਲੱਖਾਂ ਦੀ ਆਮਦਨ ਹੁੰਦੀ। ਜੇ ਕਿਤੇ ਟੈਕਸ ਦੇਣ ਲੱਗ ਜਾਣ ਤਾਂ ਕੁਝ ਲੱਖ ਦੇ ਬਾਅਦ ਜਾ ਕੇ ਟੈਕਸ 30% ਹੋ ਜਾਂਦਾ। ਤੀਜਾ ਹਿੱਸਾ ਸਰਕਾਰ ਨੂੰ ਦੇਣਾ ਪਵੇਗਾ, ਪਰ ਬਹੁਤ ਘੱਟ ਲੋਕ ਨੇ। ਇਸ ਲਈ ਦਿਨ ਰਾਤ ਮਾਇਆ ਬਾਰੇ ਸੋਚਦੇ ਉਹਨਾਂ ਦਾ ਲੰਘ ਜਾਂਦਾ। ਕਹੋ ਨਾਨਕ ਪ੍ਰਭ ਸਿਮਰੋ ਏਕ। ਗੁਰੂ ਮਹਾਰਾਜ ਕਹਿੰਦੇ ਹੈ ਭਾਈ ਉਸ ਇੱਕ ਪਰਮਾਤਮਾ ਦਾ ਸਿਮਰਨ ਕਰੋ। ਫਿਰ ਕੀ ਹੋਏਗਾ। ਗਤ ਪਾਈਐ ਗੁਰਪੂਰੇ ਟੇਕ। ਪੂਰੇ ਗੁਰੂ ਦਾ ਆਸਰਾ ਜਦੋਂ ਫਿਰ ਮਨੁੱਖ ਲੈਂਦਾ ਹੈ, ਸਿਮਰਨ ਕਰਦਾ ਹੈ, ਫਿਰ ਇਹਦੀ ਗਤੀ ਹੋ ਜਾਂਦੀ ਹੈ। ਜੰਮਣ ਮਰਨ ਤੋਂ ਇਹ ਰਹਿਤ ਹੋ ਜਾਂਦਾ ਹੈ। ਆਸਾ ਮਹਿਲਾ ਪੰਜਵਾਂ। ਨਾਮ ਜਪਤ ਮਨ ਤਨ ਸਭ ਹਰਿਆ। ਨਾਮ ਜਪ ਕੇ ਮਨ ਤਨ ਹਰਿਆ ਭਰਿਆ ਹੋ ਜਾਂਦਾ, ਖੁਸ਼ ਹੋ ਜਾਂਦਾ। ਕੁਝ ਸਮਾਂ ਲੱਗਦਾ, ਫਿਰ ਇਸੇ ਨਾਮ ਦੇ ਵਿੱਚੋਂ ਖੁਸ਼ੀ, ਸੰਤੁਸ਼ਟੀ ਸਭ ਕੁਝ ਮਿਲਣਾ ਸ਼ੁਰੂ ਹੋ ਜਾਂਦਾ। ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਰ ਬੰਦਾ ਆਨੰਦ 'ਚ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਮਨ ਤਨ ਹਰਿਆ ਭਰਿਆ ਹੋ ਜਾਂਦਾ। ਕਲਮਲ ਦੋਖ ਸਗਲ ਪਰ ਹਰਿਆ। ਕਲਮਲ ਪਾਪ, ਦੋਖ ਮੈਨੇ ਦੋਸ਼, ਸਗਲ ਸਾਰੇ, ਪਰ ਹਰਿਆ ਹੁੰਦਾ ਦੂਰ ਹੋ ਜਾਣਾ। ਸਾਰੇ ਪਾਪ, ਸਾਰੇ ਦੋਸ਼ ਫਿਰ ਖਤਮ ਹੋ ਜਾਂਦੇ ਕਿ ਨਾਮ ਜਪਣ ਨਾਲ ਪਾਪਾਂ ਦਾ ਨਾਸ਼ ਹੋ ਜਾਂਦਾ। ਜੋ ਵੀ ਅਸੀਂ ਬੁਰਾਈਆਂ ਕੀਤੀਆਂ ਨੇ ਉਹਨਾਂ ਦਾ ਨਾਸ਼ ਹੋ ਜਾਂਦਾ। ਨਹੀਂ ਤੇ ਇਹ ਫਿਰ ਖੜੇ ਨੇ। ਜੇ ਅਸੀਂ ਨਾਮ ਨਹੀਂ ਜਪਦੇ, ਸਾਡਾ ਕਰਮ ਸਾਰੇ ਦਾ ਸਾਰਾ ਖੜਾ ਰਹਿੰਦਾ, ਸਾਨੂੰ ਭੋਗਣਾ ਪੈਂਦਾ ਹੈ। ਨਾਮ ਜਪਾਂਗੇ ਉਹ ਕਰਮ ਕੱਟ ਜਾਏਗਾ, ਫਿਰ ਭੋਗਣਾ ਨਹੀਂ ਪਏਗਾ। ਨਾਲੇ ਨਾਮ ਜਪਣ ਨਾਲ ਦੂਰਾ ਫਾਇਦਾ ਹੁੰਦਾ। ਮਾੜੇ ਕਰਮ ਕੱਟ ਜਾਂਦੇ ਨੇ, ਚੰਗਿਆਂ 'ਚ ਵਾਧਾ ਹੋ ਜਾਂਦਾ।
ਚੰਗਿਆਂ 'ਚ ਆਪਣੇ ਆਪ ਹੀ ਵਾਧਾ ਹੋ ਜਾਂਦਾ, ਦੂਹਰਾ ਕੰਮ ਹੁੰਦਾ। ਜਿਵੇਂ ਕੋਈ ਸਮਾਂ ਸੀ ਗਾਣੇ ਸੁਣਦੇ ਸੀ, ਗਾਣੇ ਦੀ ਕੈਸਟਾਂ ਵੀ ਘਰ ਪਈਆਂ ਸਨ। ਫਿਰ ਸਮਾਂ ਬਦਲ ਗਿਆ, ਵਿਚਾਰ ਬਦਲ ਗਏ, ਇਸ ਭਗਤੀ ਵਾਲੇ ਪਾਸੇ ਲੱਗ ਗਏ। ਮੈਂ ਕਿਹਾ ਕੈਸਟਾਂ ਕਾਹਨੂੰ ਸੁੱਟਣੀਆਂ ਨੇ, ਮੈਂ ਨਾ ਉਹਨਾਂ ਕੋਲ ਲੈ ਜਾਣਾ, ਇਹ ਤਾਂ ਸ਼ਬਦ ਭਰਵਾ ਲਿਓ। ਮੈਂ ਲੈ ਗਿਆ, ਉਹਨਾਂ ਮਸ਼ੀਨ 'ਚ ਪਾਈ ਆ ਮੇਰੀ ਕੈਸਟ, ਸ਼ਬਦ ਉੱਤੇ ਚੜ੍ਹ ਰਿਹਾ ਹੈ, ਗਾਣਾ ਆਪਣੇ ਆਪ ਮਿਟ ਰਿਹਾ ਹੈ। ਮੈਂ ਦੇਖੋ ਦੂਹਰਾ ਫਾਇਦਾ, ਇਹ ਨਹੀਂ ਕਿ ਪਹਿਲਾਂ ਗਾਣਾ ਮਿਟਾਇਆ ਅਤੇ ਫਿਰ ਸ਼ਬਦ ਚੜ੍ਹਾਇਆ, ਨਹੀਂ, ਸ਼ਬਦ ਚੜ੍ਹੀ ਗਿਆ ਉਸ 'ਤੇ, ਗਾਣਾ ਆਪਣੇ ਆਪ ਮਿਟੀ ਗਿਆ। ਜਦੋਂ ਅਸੀਂ ਨਾਮ ਜਪਦੇ ਹਾਂ, ਸਾਡੀਆਂ ਚੰਗਿਆਈਆਂ 'ਚ ਆਪਣੇ ਆਪ ਵਾਧਾ ਹੋ ਜਾਂਦਾ ਅਤੇ ਬੁਰਾਈਆਂ ਘਟਦੀਆਂ ਜਾਂਦੀਆਂ। ਇਸ ਲਈ ਦੂਹਰਾ ਫਾਇਦਾ ਹੁੰਦਾ। ਇਸ ਲਈ ਕਹਿੰਦੇ ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮਗਤ ਪਾਈ। ਹੇ ਮੇਰੇ ਭਰਾਵਾ, ਉਹੀ ਦਿਨ ਭਲਾ ਹੈ। ਕਿਹੜਾ ਦਿਨ? ਹਰ ਗੁਣ ਗਾਏ ਪਰਮਗਤ ਪਾਏ, ਜਿਸ ਦਿਨ ਹਰੀ ਦੇ ਗੁਣ ਗਾ ਕੇ ਉੱਚੀ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਗਈ। ਕਹਿੰਦੇ ਉਹ ਦਿਨ ਭਲਾ ਹੈ, ਉਹ ਦਿਨ ਭਲਾ ਹੈ। ਸਾਧ ਜਨਾ ਕੇ ਪੂਜੇ ਪੈਰ, ਮਿਟੇ ਉਪਦਰਹ ਮਨ ਤੇ ਬੈਰ। ਜਦੋਂ ਕਹਿੰਦੇ ਸਾਧੂ ਜਨਾਂ ਦੇ ਪੈਰਾਂ ਨੂੰ ਪੂਜਿਆ, ਪਰ ਨਿਮਰਤਾ ਸਹਿਤ ਸਾਧੂਆਂ ਦੀ ਸੇਵਾ ਕੀਤੀ, ਮਿਟੇ ਉਪਦਰਹ। ਉਪਦਰਹ ਹਿੰਦੀ ਦਾ ਸ਼ਬਦ ਹੈ। ਕਈ ਲੋਕ ਬੜੇ ਸ਼ਰਾਰਤੀ ਹੁੰਦੇ ਨੇ, ਲੜਾਉਣਾ ਹੈ ਨਾ, ਕੋਈ ਨਾ ਕੋਈ ਸ਼ਰਾਰਤ ਕਰ ਦੇਣਗੇ, ਲੋਕ ਲੜ ਪੈਣਗੇ, ਆ ਵਿੱਚੋਂ ਨਿਕਲ ਜਾਂਦੇ ਨੇ। ਇੱਕ ਨੂੰ ਮੈਂ ਜਾਣਦਾ ਸੀ ਲੀਡਰ ਨੂੰ, ਮੈਂ ਕਹਿੰਦਾ ਸੀ ਕੀ ਕਰਦੇ ਆ, ਸਟੇਜ 'ਤੇ ਖੜ੍ਹ ਜਾਂਦੇ, ਧੂੰਏਂ ਧਾਰ ਲੈਕਚਰ ਕਰਦੇ। ਫਿਰ ਸਾਨੂੰ ਪਤਾ ਲੱਗਦਾ ਵੀ ਆ ਰਹੀ ਹੈ ਪੁਲਿਸ ਕੁੱਟਣ। ਜਦੋਂ ਪੁਲਿਸ ਕੁੱਟਣ ਲੱਗਦੀ ਹੈ, ਅਸੀਂ ਸਟੇਜ ਤੋਂ ਹੇਠਾਂ ਉਤਰ ਜਾਂਦੇ ਹਾਂ। ਲੀਡਰ ਹੋਣ ਕਰਕੇ ਸਾਨੂੰ ਪੁਲਿਸ ਉੱਥੋਂ ਕੱਢ ਦਿੰਦੀ ਹੈ, ਸਾਨੂੰ ਕੁੱਟਦੇ ਨਹੀਂ, ਸਾਨੂੰ ਉੱਥੋਂ ਸੁਰੱਖਿਅਤ ਕੱਢ ਕੇ ਲੈ ਜਾਂਦੀ ਹੈ। ਉੱਥੇ ਡਾਂਗਾਂ ਪੈ ਰਹੀਆਂ। ਮੈਂ ਇਹੋ ਜਿਹੇ ਲੀਡਰ, ਤਾਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਇਹਨਾਂ ਤੋਂ ਬਚ ਕੇ ਰਹਿਣਾ। ਇਹਨਾਂ ਨੂੰ ਆਪ ਨੂੰ ਕੁਛ ਨਹੀਂ ਹੁੰਦਾ ਹੈਗਾ, ਅਤੇ ਪੁਲਿਸ ਤਾਂ ਆਮ ਲੋਕਾਂ ਨੂੰ ਕੁੱਟਦੀ ਰਹਿੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਸਾਧ ਜਨਾ ਕੇ ਪੂਜੇ ਪੈਰ, ਮਿਟੇ ਉਪਦਰਹ ਮਨ ਤੇ ਵੈਰ। ਮਨ 'ਚ ਜਿਹੜਾ ਵੈਰ ਵਿਰੋਧ ਸੀ ਉਹ ਵੀ ਖਤਮ ਹੋ ਗਿਆ, ਜਿਹੜੇ ਮਨ 'ਚ ਸ਼ਰਾਰਤਾਂ ਸਨ ਉਹ ਵੀ ਖਤਮ ਹੋ ਗਈਆਂ। ਗੁਰ ਪੂਰੇ ਮਿਲ ਝਗਰ ਚੁਕਾਇਆ, ਪੰਚ ਦੂਤ ਸਭ ਵਸਗਤ ਆਇਆ। ਪੂਰੇ ਗੁਰੂ ਨੂੰ ਮਿਲ ਕੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜਿਹੜਾ ਰੌਲਾ ਰੱਪਾ ਹੈ, ਉਹ ਕਹਿੰਦੇ ਕੀ ਹੋਇਆ, ਉਹ ਪੰਜੇ ਦੂਤ ਵਸ 'ਚ ਆ ਗਏ। ਪੰਜ ਦੂਤ ਸਭ ਵਸਗਤ ਹੈ, ਵਸਗਤ ਵਸ ਵਿੱਚ ਆ ਗਏ। ਗੁਰੂ ਨੂੰ ਮਿਲੇ, ਪੰਜੇ ਦੂਤ ਵਸ 'ਚ ਆ ਗਏ, ਅਤੇ ਪੰਜਾਂ ਦੂਤਾਂ ਕਾਰਨ ਜਿਹੜਾ ਮਨ 'ਚ ਰੌਲਾ ਗੋਲਾ ਸੀ ਉਹ ਖਤਮ ਹੋ ਗਿਆ। ਕਿਉਂਕਿ ਸਾਡੇ ਮਨ ਨੂੰ ਅਸ਼ਾਂਤ ਇਹ ਪੰਜੇ ਚੀਜ਼ਾਂ ਕਰਦੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਮਨ ਨੂੰ ਅਸ਼ਾਂਤ ਕਰਦੇ ਨੇ। ਇਸ ਲਈ ਇਹਨਾਂ ਦਾ ਝਗੜਾ ਹੀ ਮੁੱਕ ਗਿਆ ਕਦੇ। ਜਿਸ ਮਨ ਵਸਿਆ ਹਰ ਕਾ ਨਾਮ, ਨਾਨਕ ਤਿਸ ਉੱਪਰ ਕੁਰਬਾਨ। ਜਿਹਦੇ ਮਨ 'ਚ ਹਰੀ ਦਾ ਨਾਮ ਵਸ ਗਿਆ, ਜਦੋਂ ਨਾਮ ਸਾਡੇ ਹਿਰਦੇ 'ਚ ਵਸੇਗਾ, ਨਿਸ਼ਾਨੀ ਕੀ ਹੋਏਗੀ, ਸਾਨੂੰ ਕਦੇ ਭੁੱਲੇਗਾ ਹੀ ਨਹੀਂ। ਬਸ ਜਦੋਂ ਕੋਈ ਗੱਲ ਨਾ ਭੁੱਲੇ, ਇਹਦਾ ਮਤਲਬ ਗੱਲ ਮਨ 'ਚ ਵਸ ਗਈ ਹੈ। ਦੋ ਹੀ ਯਾਦਾਂ ਨੇ ਜਿਹੜੀਆਂ ਨਹੀਂ ਭੁੱਲਦੀਆਂ, ਇੱਕ ਪਿਆਰਾ ਨਹੀਂ ਭੁੱਲਿਆ ਕਰਦਾ, ਇੱਕ ਦੁਸ਼ਮਣ ਨਹੀਂ ਭੁੱਲਿਆ ਕਰਦਾ। ਇਹਨਾਂ ਦੀ ਯਾਦ ਵਾਰੀ ਵਾਰੀ ਆਈ ਜਾਂਦੀ ਹੈ। ਕਿਉਂ? ਇਹਨਾਂ ਦੀ ਯਾਦ ਮਨ 'ਚ ਵਸ ਗਈ ਹੈ। ਇੱਕ ਦੀ ਯਾਦ ਸਾਨੂੰ ਸੁੱਖ ਸ਼ਾਂਤੀ ਦਿੰਦੀ ਹੈ, ਇੱਕ ਦੀ ਯਾਦ ਮਨ ਖਰਾਬ ਕਰਦੀ ਹੈ।
ਇਸ ਲਈ ਪਰਮਾਤਮਾ ਦੀ ਯਾਦ, ਗੁਰੂ ਦੀ ਯਾਦ ਸਾਡੇ ਮਨ ਨੂੰ ਸ਼ਾਂਤੀ ਦਿੰਦੀ। ਸੋ ਜਿਸ ਦੇ ਮਨ ਵਿੱਚ ਹਰੀ ਦਾ ਨਾਮ ਵਸ ਗਿਆ, ਨਾਮ ਵਸਣ ਦਾ ਮਤਲਬ ਹਰੀ ਵਸ ਗਿਆ, ਇੱਕੋ ਹੀ ਗੱਲ ਹੁੰਦਾ। ਨਾਮ ਅਤੇ ਨਾਮੀ 'ਚ ਕੋਈ ਫਰਕ ਨਹੀਂ ਹੁੰਦਾ। ਨਾਮ ਵਸ ਗਿਆ ਤਾਂ ਜਿਸ ਦਾ ਨਾਮ ਹੈ ਪਰਮਾਤਮਾ ਸਮਝੋ ਉਹੀ ਵਸ ਗਿਆ। ਨਾਨਕ ਤਿਸ ਉੱਪਰ ਕੁਰਬਾਨ, ਉਹਦੇ ਤੋਂ ਫਿਰ ਬਲਿਹਾਰ ਜਾਣਾ ਚਾਹੀਦਾ। ਉਹ ਵਿਅਕਤੀ ਜਿਸ ਦੇ ਅੰਦਰ ਹਿਰਦੇ ਦਾ ਨਾਮ, ਹਿਰਦੇ 'ਚ ਨਾਮ ਵਸ ਗਿਆ ਨਾ, ਉਸ ਤੋਂ ਕੁਰਬਾਨ ਜਾਣਾ, ਉਸ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਜਿਸ ਮਨ ਵਸਿਆ ਹਰਿ ਕਾ ਨਾਮ, 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 ਨਾਨਕ ਤਿਸ ਉਪਰ ਕੁਰਬਾਨ, ਨਾਨਕ ਤਿਸ ਉਪਰ ਕੁਰਬਾਨ, ਨਾਨਕ ਤਿਸ ਉਪਰ ਕੁਰਬਾਨ, ਨਾਨਕ ਤਿਸ ਉਪਰ ਕੁਰਬਾਨ। ਦੇਖੋ ਨਾਮ ਵਸਿਆ ਕਿਸੇ ਦੇ ਹਿਰਦੇ 'ਚ ਤੇ ਬਲਿਹਾਰ ਜਾ ਰਹੇ ਨੇ ਗੁਰੂ ਮਹਾਰਾਜ। ਕਿੱਡੇ ਵੱਡੇ ਉਸ ਬੰਦੇ ਦੇ ਭਾਗ। ਨਾਮ ਉਹ ਆਪਣੇ ਫਾਇਦੇ ਲਈ ਜਪ ਰਿਹਾ। ਅਸੀਂ ਗੁਰੂ ਦੇ ਫਾਇਦੇ ਲਈ ਨਾਮ ਨਹੀਂ ਕੋਈ ਜਪ ਰਹੇ। ਗੁਰੂ ਮਹਾਰਾਜ ਦੀ ਯਾਦ ਮਨਾਉਂਦੇ ਹਾਂ ਅਸੀਂ 6 ਅਖੰਡ ਪਾਠ ਕਰਦੇ। ਇਹ ਤਾਂ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਅਖੰਡ ਪਾਠ ਦਾ ਫਲ ਤੁਹਾਨੂੰ ਲੱਗੇ, ਠੀਕ ਹੈ। ਉਹ ਤਾਂ ਪਹਿਲਾਂ ਹੀ ਸੱਚਖੰਡ 'ਚ ਨੇ, ਉਹਨਾਂ ਦੀ ਤਾਂ ਅਰਦਾਸ ਕਰਨ ਦੀ ਲੋੜ ਨਹੀਂ। ਆਮ ਬੰਦਾ ਕੋਈ ਸਵਰਗਵਾਸੀ, ਉਹਦੀ ਤਾਂ ਆਪਾਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਦਾ ਫਲ ਉਸ ਨੂੰ ਮਿਲੇ, ਉਹਦੀ ਅਵਸਥਾ ਉੱਤੇ ਠੀਕ ਹੋਵੇ, ਆਤਮਾ ਦਾ ਕਲਿਆਣ ਹੋਵੇ। ਜਦੋਂ ਆਪਾਂ ਗੁਰੂਆਂ ਭਗਤਾਂ ਦੇ ਦਿਨ ਮਨਾਉਂਦੇ ਹਾਂ, ਆਪਾਂ ਉਹਨਾਂ ਲਈ ਨਹੀਂ ਪਾਠ ਕਰਦੇ, ਉਹਨਾਂ ਦੇ ਨਿਮਿਤ ਹੁੰਦੇ ਨੇ। ਆਏ ਬੱਚੇ ਦਾ ਭੱਜ, ਮਾਂ ਦਾ ਰੱਜ। ਬਹਾਨਾ ਬੱਚੇ ਦਾ ਇਹਨੇ ਪੰਜੀਰੀ ਖਾਣੀ ਹੈ, ਖਾਣੀ ਮਾਂ ਨੇ ਹੁੰਦੀ ਹੈ, ਉਹਦੇ ਬਹਾਨਾ ਹੈ। ਬਹਾਨਾ ਗੁਰੂ ਦਾ ਵੀ ਅਸੀਂ ਉਹਦੀ ਯਾਦ ਬਣਾਈ, ਅਰਦਾਸ ਆਪਣੇ ਲਈ ਹੁੰਦੀ, ਸੱਚੇ ਪਾਤਸ਼ਾਹ ਸਾਡੇ ਆਹ ਕਰਦੇ, ਸਾਡੇ ਉਹ ਕਰਦੇ, ਹੁੰਦਾ ਕਿ ਨਹੀਂ। ਪਰ ਫਿਰ ਵੀ ਗੁਰੂ ਮਹਾਰਾਜ ਕਹਿੰਦੇ ਵੀ ਵਾਹ ਬਈ ਸਿੱਖਾ, ਤੂੰ ਘੱਟ ਤੋਂ ਘੱਟ ਮੇਰਾ ਦਿਨ ਤੇ ਮਨਾਇਆ ਨਾ। ਇੱਕ ਤੇ ਅਸੀਂ ਮੰਗ ਲਿਆ, ਇੱਕ ਗੁਰੂ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਤੀ, ਦੂਰਾ ਫਾਇਦਾ ਹੋ ਗਿਆ। ਜੇ ਆਪਾਂ ਉਂਝ ਅਖੰਡ ਪਾਠ ਕਰਾਉਣੇ ਹਾਂ ਆਪਣੇ ਭਲੇ ਲਈ, ਤਾਂ ਫਿਰ ਸਿਰਫ ਇੱਕੋ ਪਾਸੇ ਹੀ ਫਾਇਦਾ ਹੋਏਗਾ। ਜੇ ਆਪਾਂ ਕਿਸੇ ਗੁਰੂ ਦੇ ਲਈ ਨਿਮਿਤ ਅਖੰਡ ਪਾਠ ਕਰ ਰਹੇ ਹਾਂ, ਦੂਰਾ ਫਾਇਦਾ ਹੋਏਗਾ। ਆਪਣੇ ਲਈ ਅਸੀਂ ਅਰਦਾਸ ਕੀਤੀ, ਗੁਰੂ ਮਹਾਰਾਜ ਕੇ ਹਾਂ ਭਾਈ ਮੇਰਾ ਸਿੱਖ ਨੇ ਦਿਨ ਮਨਾਇਆ ਹੈ, ਗੁਰੂ ਮਹਾਰਾਜ ਕਿਰਪਾ ਕਰ ਦਿੰਦੇ, ਡਬਲ ਕਿਰਪਾ ਹੋ ਜਾਂਦੀ, ਡਬਲ ਕਿਰਪਾ ਹੋ ਜਾਂਦੀ। ਇਸ ਲਈ ਕਦੇ ਕਦੇ ਘਰ 'ਚ ਗੁਰੂਆਂ ਦੇ ਨਿਮਿਤ ਪਾਠ ਕਰਾਉਣੇ ਚਾਹੀਦੇ। ਭਲਾ ਤੇ ਆਪਣੇ ਹੀ ਹੋਣੇ, ਉਹ ਤੇ ਬੱਚੇ ਦਾ ਪੱਜ ਹੈ, ਰੱਜ ਤੇ ਆਪਣੇ ਹੀ। ਉਹ ਉਹਨਾਂ ਨੂੰ ਤੁਸੀਂ ਇੰਨੇ ਕਹਿੰਦੇ ਜੀ ਭੋਗ ਲਾਓ, ਖਾਣਾ ਤੇ ਆਪ ਹੀ ਹੈ, ਆਪ ਹੀ ਖਾਣਾ ਕਿ ਨਹੀਂ। ਉਹਨਾਂ ਦਾ ਇੱਕ ਬਹਾਨਾ ਹੈ। ਉਹਨਾਂ ਨੇ ਤਾਂ ਠੀਕ ਹੈ ਭਾਈ ਮੇਰੇ ਸਿੱਖ ਮੈਨੂੰ ਯਾਦ ਕਰਦੇ, ਇਹ ਨਹੀਂ ਬਹੁਤ। ਸੋ ਤਾਂ ਕਹਿੰਦੇ ਨੇ ਨਾਮ ਜਪਿਆ ਤੁਸੀਂ, ਬਲਿਹਾਰ ਗੁਰੂ ਮਹਾਰਾਜ ਜਾ ਰਹੇ ਨੇ। ਇਹ ਵਿਚਾਰਨ ਵਾਲੀ ਗੱਲ ਹੈ ਕਿ ਸਾਡੇ ਕਿੱਡੇ ਵੱਡੇ ਭਾਗ। ਬਾਣੀ ਅਸੀਂ ਪੜ੍ਹਦੇ ਹਾਂ, ਆਪਣੇ ਫਾਇਦੇ ਲਈ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਆਪਣੇ ਫਾਇਦੇ ਲਈ ਨਾਮ ਜਪਦੇ ਹਾਂ, ਅਤੇ ਗੁਰੂ ਮਹਾਰਾਜ ਸਾਡੇ ਤੋਂ ਸਦਕੇ ਜਾਂਦੇ ਵੀ ਸ਼ਾਬਾਸ਼ ਸਿੱਖਾ, ਤੂੰ ਨਾਮ ਜਪਦਾ, ਤੂੰ ਬਾਣੀ ਪੜ੍ਹਦਾ। ਆਸਾ ਮਹਿਲਾ ਪੰਜਵਾਂ। ਗਾਵ ਲੈ ਤੂੰ ਗਾਵਨ ਹਾਰੇ, ਜੀ ਪਿੰਡ ਕੇ ਪ੍ਰਾਣ ਆਧਾਰੇ। ਪਰਮਾਤਮਾ ਜਿਹੜਾ ਹੈ ਸਾਡੀ ਜਿੰਦ, ਜੀ ਜਿੰਦ, ਪਿੰਡ ਸਰੀਰ, ਪ੍ਰਾਣ। ਪਰਮਾਤਮਾ ਸਾਡੀ ਜਿੰਦ, ਸਾਡੇ ਸਰੀਰ, ਸਾਡੇ ਪ੍ਰਾਣਾਂ ਦਾ ਆਧਾਰ ਹੈ, ਓਟ ਆਸਰਾ ਹੈ। ਹੇ ਉਹਦੇ ਗੁਣ ਗਾਉਣ ਵਾਲਿਆ, ਤੂੰ ਉਸਦੇ ਗੁਣ ਗਾ। ਗਾਵ ਲੈ ਤੂੰ ਗਾਵਨ ਹਾਰੇ। ਹੇ ਗੁਣ ਗਾਉਣ ਵਾਲਿਆ, ਜਿਸਨੇ ਜਿੰਦ ਦਿੱਤੀ ਹੈ, ਜਿਸ ਨੇ ਸਰੀਰ ਦਿੱਤਾ ਹੈ, ਜਿਸ ਨੇ ਪ੍ਰਾਣ ਦਿੱਤੇ ਨੇ, ਓਟ ਆਸਰਾ ਦਿੱਤਾ ਹੈ, ਤੂੰ ਉਹਦੇ ਗੁਣ ਗਾ।
ਜਾ ਕੀ ਸੇਵਾ ਸਰਬ ਸੁਖ ਪਾਵੇਂ, ਅਵਰ ਕਾਹੂ ਪੈ ਬਹੁੜ ਨਾ ਜਾਵੇਂ। ਕਹਿੰਦੇ ਜਿਹਦੀ ਸੇਵਾ ਕਰਕੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਕਹਿੰਦੇ ਜਿਹਦੀ ਸੇਵਾ ਕਰਕੇ ਤੈਨੂੰ ਸਾਰੇ ਸੁੱਖ ਮਿਲਣਗੇ ਨਾ, ਫਿਰ ਤੈਨੂੰ ਹੋਰ ਕਿਸੇ ਕੋਲੇ ਦੁਬਾਰਾ ਨਹੀਂ ਜਾਣਾ ਪਏਗਾ। ਅਵਰ ਕਾਹੂ ਪੈ ਬਹੁੜ ਨਾ ਜਾਵੇਂ, ਹੋਰ ਕਿਸੇ ਕੋਲੇ ਤੂੰ ਫਿਰ ਨਹੀਂ ਜਾਵੇਂਗਾ, ਤੈਨੂੰ ਲੋੜ ਹੀ ਨਹੀਂ ਪੈਣਾ। ਪਰਮਾਤਮਾ ਨੇ ਤੇਰੇ ਸਾਰੇ ਕਾਰਜ ਰਾਸ ਕਰ ਦੇਣੇ ਹਨ। ਇਸ ਲਈ ਕਹਿੰਦੇ ਹੇ ਗਾਉਣ ਵਾਲਿਆ, ਤੂੰ ਉਹਦੇ ਗੁਣ ਗਾ ਲੈ। ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਐ। ਪਰਮਾਤਮਾ ਤਾਂ ਹਮੇਸ਼ਾ ਹੀ ਆਨੰਦ ਸਰੂਪ ਹੈ। ਉਹ ਗੁਣਾਂ ਦਾ ਖਜ਼ਾਨਾ ਹੈ, ਗੁਣ ਨਿਧਾਨ ਗੁਣਾਂ ਦਾ ਖਜ਼ਾਨਾ ਹੈ। ਨਿਤ ਨਿਤ ਜਾਪੀਐ, ਨਿਤ ਨਿਤ ਹਮੇਸ਼ਾ ਹਮੇਸ਼ਾ ਉਸਦਾ ਨਾਮ ਜਪਣਾ ਚਾਹੀਦਾ ਹੈ। ਪਰਮਾਤਮਾ ਆਨੰਦ ਸਰੂਪ ਹੈ। ਨਾਮ ਜਪਦਿਆਂ ਜਪਦਿਆਂ ਮਨੁੱਖ ਨੂੰ ਆਨੰਦ ਪ੍ਰਾਪਤ ਹੋਣ ਲੱਗਦਾ ਹੈ, ਕਿਉਂਕਿ ਸਾਨੂੰ ਕਿਸੇ ਕੋਲੋਂ ਉਹੀ ਚੀਜ਼ ਮਿਲਦੀ ਹੈ ਜੋ ਉਹਦੇ ਕੋਲ ਹੁੰਦੀ ਹੈ। ਬਿਮਾਰ ਕੋਲੇ ਜਾ ਕੇ ਤੁਹਾਨੂੰ ਸੁੱਖ ਨਹੀਂ ਮਿਲ ਸਕਦਾ, ਕਿ ਉਹਦੇ ਕੋਲ ਤਾਂ ਬਿਮਾਰੀ ਹੈ, ਉਹ ਤੁਹਾਨੂੰ ਬਿਮਾਰੀ ਦੇ ਸਕਦਾ ਹੈ। ਕਈ ਐਸੇ ਬਿਮਾਰੀਆਂ ਨੇ, ਬਿਮਾਰ ਕੋਲੇ ਜਾਓਗੇ ਤੁਹਾਨੂੰ ਲੱਗ ਜਾਣਗੇ। ਬਿਮਾਰ ਤੁਹਾਨੂੰ ਸੁੱਖ ਨਹੀਂ ਦੇ ਸਕਦਾ, ਉਹ ਤੁਹਾਨੂੰ ਬਿਮਾਰੀ ਦੇਖਦਾ ਕਿ ਉਹਦੇ ਕੋਲ ਬਿਮਾਰੀ ਹੈ। ਪਰ ਜਿਹੜਾ ਬੰਦਾ ਸੁਖੀ ਹੈ ਉਹ ਤੁਹਾਨੂੰ ਸੁੱਖ ਦੇ ਸਕਦਾ ਹੈ, ਕਿਉਂਕਿ ਤੁਹਾਨੂੰ ਸੁਖੀ ਰਹਿਣ ਦਾ ਢੰਗ ਦੱਸ ਸਕਦਾ ਹੈ। ਇੱਕ ਬੰਦਾ ਤੁਹਾਡੇ ਵੇਖਦੇ ਵੇਖਦੇ ਅਮੀਰ ਹੋ ਗਿਆ ਹੈ, ਤੁਸੀਂ ਉਸਦੇ ਕੋਲੇ ਜਾਂਦੇ ਹੋ ਵੀ ਭਰਾਵਾ ਸੱਚੋ ਸੱਚ ਦੱਸ, ਹੈ ਤਾਂ ਤੂੰ ਸਾਡੇ ਨਾਲ ਹੀ ਸੀ, ਤੂੰ ਅਮੀਰ ਹੋ ਗਿਆ ਯਾਰ, ਅਸੀਂ ਅਮੀਰ ਨਹੀਂ ਹੋ ਸਕੇ, ਕਾਰਨ ਕੀ ਹੈ? ਉਹ ਦੱਸੇਗਾ ਜ਼ਰੂਰ ਵੀ ਤੁਹਾਡੇ 'ਚ ਆਹ ਨੁਕਸ ਹੈ ਅਤੇ ਮੇਰੇ 'ਚ ਆਹ ਨਹੀਂ ਸੀ, ਜਿਸ ਕਾਰਨ ਮੈਂ ਅਮੀਰ ਹੋ ਗਿਆ। ਦੋ ਹੀ ਬੰਦੇ ਨੇ, ਇਕੱਠੇ ਹੀ ਕੋਈ ਕੰਮ ਕਰਨ ਲੱਗੇ ਨੇ। ਇੱਕ ਵੈਸ਼ਨੂੰ ਹੈ, ਇੱਕ ਸ਼ਰਾਬੀ ਹੈ। ਵੈਸ਼ਨੂੰ ਵੇਖਦੇ ਵੇਖਦੇ ਅਮੀਰ ਹੋ ਜਾਂਦਾ, ਸ਼ਰਾਬੀ ਉੱਥੇ ਦਾ ਉੱਥੇ ਰਹਿ ਜਾਂਦਾ ਹੈ। ਅਤੇ ਜੇ ਕੱਲ੍ਹ ਨੂੰ ਸ਼ਰਾਬੀ ਉਹਦੇ ਕੋਲ ਜਾਵੇ, ਯਾਰ ਤੂੰ ਕਿਵੇਂ ਅਮੀਰ ਹੋ ਗਿਆ, ਲੱਗਾ ਤਾਂ ਮੇਰੇ ਨਾਲ ਹੀ ਸੀ, ਤਾਂ ਕਹੇਗਾ ਭਰਾਵਾ ਤੂੰ ਜਿੰਨਾ ਕਮਾਉਣਾ ਸ਼ਰਾਬ ਪੀ ਜਾਂਦਾ, ਮੇਰਾ ਉਹ ਬਚ ਜਾਂਦਾ, ਮੈਂ ਇਸ ਲਈ ਅਮੀਰ ਹੋ ਗਿਆ ਹਾਂ, ਹੋਰ ਤਾਂ ਕੋਈ ਗੱਲ ਨਹੀਂ। ਸਾਡੇ ਰਿਸ਼ਤੇਦਾਰ ਕਈ ਵਾਰੀ ਹੱਸਦੇ ਆ ਕਿਆ ਕਹਿੰਦੇ ਰੱਬ ਵੀ ਅਜੀਬ ਹੈ, ਜਿਹੜਾ ਖਾਣ ਪੀਣ ਵਾਲਾ ਉਹਨੂੰ ਰੱਬ ਦਿੰਦਾ ਨਹੀਂ। ਆਹ ਸਾਡਾ ਹੈਗਾ ਬੰਦਾ ਕਹਿੰਦਾ ਇਹਨੂੰ ਵਾਧੂ ਦਿੱਤਾ ਖਾਣ ਨੂੰ, ਮੈਂ ਨਹੀਂ ਵਾਧੂ ਕੋਈ ਨਹੀਂ ਹੈਗਾ, ਤੁਸੀਂ ਆਮਦਨ ਬਰਾਬਰ ਹੀ ਹੈ, ਤੁਸੀਂ ਸ਼ਰਾਬਾਂ ਪੀ ਜਾਂਦੇ ਹੋ, ਮੈਂ ਨਹੀਂ ਪੀਂਦਾ, ਬਸ ਉਹ ਮੇਰੇ ਕੋਲ ਪੈਸੇ ਬਚ ਜਾਂਦੇ, ਹੋਰ ਤੇ ਕੀ ਹੈ, ਹੋਰ ਮੇਰੇ ਕੋਲ ਕਿਹੜਾ ਕੋਈ ਅਸਮਾਨੋਂ ਡਿੱਗਦੇ ਨੇ ਜੀ। ਸੋ ਕਾਰਨ ਤਾਂ ਕੋਈ ਹੁੰਦਾ ਨਾ, ਸੋ ਉਹਦੇ ਕੋਲ ਹੀ ਜਾਣਾ ਚਾਹੀਦਾ ਹੈ ਜਿਸ ਤੋਂ ਤੁਹਾਨੂੰ ਕੋਈ ਚੱਜ ਦਾ ਪ੍ਰਾਪਤ ਹੋ ਸਕਦਾ ਹੈ। ਸਿਆਣੇ ਬੰਦੇ ਫਿਰ ਗਾਈਡ ਕਰਦੇ ਨੇ। ਆਪਣੇ ਆਪ ਮੈਂ ਦੇਖਿਆ ਕੋਈ ਗਰੀਬੀ 'ਚੋਂ ਨਿਕਲ ਨਹੀਂ ਸਕਦਾ, ਉਹਨੂੰ ਸੋਝੀ ਨਹੀਂ ਹੁੰਦੀ, ਉਹਦੇ ਕੋਲ ਸਾਧਨ ਹੀ ਨਹੀਂ ਹੁੰਦੇ ਵੀ ਉਹ ਗਰੀਬੀ 'ਚੋਂ ਕਿਵੇਂ ਨਿਕਲੇ। ਜੇ ਉਹਨੂੰ ਸੋਝੀ ਆ ਜਾਂਦੀ ਹੈ ਕਿ ਮੈਂ ਗਰੀਬੀ 'ਚੋਂ ਨਿਕਲਣਾ ਹੈ, ਉਹਦੇ ਕੋਲ ਗਰੀਬੀ 'ਚੋਂ ਨਿਕਲਣ ਦਾ ਸਾਧਨ ਹੀ ਨਹੀਂ ਹੁੰਦਾ। ਦੂਜਾ ਫਿਰ ਜਿਹੜਾ ਗਰੀਬੀ 'ਚੋਂ ਨਿਕਲ ਗਿਆ ਹੈ, ਉਹਨੂੰ ਢੰਗ ਤਰੀਕਾ ਦੱਸੇਗਾ, ਤੂੰ ਇਸ ਤਰ੍ਹਾਂ ਤਰੀਕੇ ਨਾਲ ਗਰੀਬੀ 'ਚੋਂ ਨਿਕਲ ਸਕਦਾ ਹੈ, ਆਪਣੇ ਆਪ ਨਹੀਂ ਕੋਈ ਨਿਕਲ ਸਕਦਾ। ਮੈਂ ਕਈ ਵਾਰੀ ਕਿਹਾ ਤੁਸੀਂ ਆਪ ਸਤਸੰਗ 'ਚ ਨਹੀਂ ਆਏ, ਤੁਹਾਨੂੰ ਕੋਈ ਲੈ ਕੇ ਆਇਆ ਹੈ। ਮੈਂ ਆਪ ਨਹੀਂ ਸੀ ਨਾਮ ਜਪਣ ਲੱਗ ਗਿਆ, ਮੈਨੂੰ ਕਿਸੇ ਨੇ ਲਾਇਆ, ਮੇਰੇ ਪ੍ਰਿੰਸੀਪਲ ਨੇ ਮੈਨੂੰ ਲਾਇਆ। ਮੈਂ ਕਈ ਵਾਰੀ ਆਪ ਜੀ ਨੂੰ ਘਟਨਾ ਸੁਣਾਈ ਹੋਈ, ਕੋਈ ਹੀ ਲਾਂਦਾ ਹੈ। ਚੰਗੇ ਪਾਸੇ ਵੀ ਸਾਨੂੰ ਕੋਈ ਬੰਦਾ ਹੀ ਲਾਂਦਾ ਅਤੇ ਮੰਦੇ ਪਾਸੇ ਵੀ ਕੋਈ ਸਾਨੂੰ ਬੰਦਾ ਹੀ ਲਾਂਦਾ ਹੈ। ਸਿਰਫ ਇੰਨਾ ਕਿ ਜੇ ਚੰਗਿਆਈ ਸਾਡੇ ਅੰਦਰ ਜ਼ਿਆਦਾ ਹੈ, ਅਸੀਂ ਛੇਤੀ ਚੰਗੇ ਬੰਦੇ ਦੀ ਗੱਲ ਮੰਨ ਲਾਂਗੇ,
ਜੇ ਬੁਰਾਈ ਸਾਡੇ ਅੰਦਰ ਜ਼ਿਆਦਾ, ਅਸੀਂ ਬੁਰੇ ਬੰਦੇ ਦੀ ਗੱਲ ਛੇਤੀ ਮੰਨ ਲਾਂਗੇ। ਅਸੀਂ ਬਾਹਰੋਂ ਉਹੀ ਕੈਚ ਕਰਦੇ ਹਾਂ ਜੋ ਸਾਡੇ ਅੰਦਰ ਹੈ। ਜਿਹੜੀ ਚੀਜ਼ ਸਾਡੇ ਅੰਦਰ ਹੈ ਹੀ ਨਹੀਂ, ਉਹਨੂੰ ਬਾਹਰੋਂ ਅਸੀਂ ਸਵੀਕਾਰ ਨਹੀਂ ਕਰਾਂਗੇ। ਲੋਕਾਂ ਦੇ ਅੰਦਰ ਗੰਧ ਹੀ ਗੰਧ ਹੈ, ਇਸ ਲਈ ਜੋ ਗੰਧ ਤੁਹਾਨੂੰ ਸੁਣਾਉਂਦਾ ਹੈ, ਬੱਲੇ 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 ਬੱਲੇ, ਉਹਦੇ ਮਰਨ 'ਤੇ ਲੱਖਾਂ ਪਹੁੰਚਦੇ। ਕਿਉਂ? ਸਾਨੂੰ ਗੰਧ ਸੁਣਾਇਆ ਕਰਦਾ। ਜਿਹੜਾ ਸਾਰੀ ਉਮਰ ਤੁਹਾਨੂੰ ਚੱਜ ਦੀਆਂ ਗੱਲਾਂ ਸੁਣਾਉਂਦਾ ਰਹੇ, ਮਰਨ 'ਤੇ 2.5 ਬੰਦੇ ਨਹੀਂ ਜਾਂਦੇ। ਕਿਉਂ? ਚੰਗਿਆਈ ਹੈ ਹੀ ਘੱਟ ਲੋਕਾਂ ਅੰਦਰ। ਉਹ ਇੱਕ ਜਿਹੜਾ ਪਹਿਲਾਂ ਗਵਈਆ ਸੀ, ਫਿਰ ਹੋ ਗਿਆ ਹਾਂਜੀ ਨਹੀਂ ਚਮਕੀਲਾ ਨਾ ਨਹੀਂ ਅੱਕੀ ਦੱਸਿਆ ਤੁਸੀਂ ਉਹ ਪਹਿਲਾਂ ਕੀਰਤਨ ਕਰਦਾ ਹੁੰਦਾ ਸੀ। ਦਲੇਰ ਮਹਿੰਦੀ ਉਹਨੇ ਸਟੇਜ 'ਤੇ ਦੱਸਿਆ ਸੀ ਇੱਕ ਵਾਰੀ, ਕਹਿੰਦਾ ਮੈਂ ਕੀਰਤਨ ਕਰਦਾ ਹੁੰਦਾ ਸੀ, ਉਦੋਂ 200 ਰੁਪਇਆ ਲੈਂਦੇ ਸੀ ਅਸੀਂ ਕੀਰਤਨ। ਕਹਿੰਦੇ ਇੱਕ ਦੇ ਘਰ ਕੀਰਤਨ ਸੀ, ਉਹ ਕਹਿੰਦੇ ਕਿੰਨੇ ਪੈਸੇ? ਮੈਂ ਕਿਹਾ ਜੀ 200 ਰੁਪਏ। ਕਹਿੰਦੇ 200 ਘੱਟ ਲੈ ਲਓ ਯਾਰ। ਪਾ ਮਸਾਂ ਉਹਨੇ ਸਾਨੂੰ 200 ਦਿੱਤਾ। ਮੈਂ ਕਿਹਾ ਵੀ ਨਹੀਂ, ਇਹਨਾਂ ਨੂੰ ਕੀਰਤਨ ਸੁਣਾਉਣ ਦਾ ਕੋਈ ਫਾਇਦਾ ਨਹੀਂ। ਦਲੇਰ ਮਹਿੰਦੀ ਤੋਂ ਗੀਤ ਗਾਉਣੇ ਸ਼ੁਰੂ ਕਰ ਦਿਓ। 20 ਸਾਲਾਂ ਬਾਅਦ ਉਸੇ ਬੰਦੇ ਨੇ ਮੈਨੂੰ ਫੰਕਸ਼ਨ 'ਤੇ ਸੱਦਿਆ। ਮੈਂ ਕਿਹਾ ਜੀ ਮੈਂ 1 ਲੱਖ ਲਾਂਗਾ। ਕਹਿੰਦਾ ਮਨਜ਼ੂਰ ਹੈ। ਜਦੋਂ ਫੰਕਸ਼ਨ ਮੁੱਕਣ 'ਤੇ ਆਇਆ, ਮੈਂ ਕਿਹਾ ਸਰਦਾਰ ਜੀ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਕੀਰਤਨ ਕਰਾਇਆ ਸੀ ਆਪਣੇ ਘਰ 'ਚ, ਮੈਂ ਉਹੀ ਹਾਂ। ਤੁਸੀਂ ਮੈਨੂੰ 200 ਨਹੀਂ ਸੀ ਦਿੰਦੇ, ਅੱਜ ਮੈਂ ਤੁਹਾਨੂੰ ਗੰਧ ਸੁਣਾਇਆ, ਤੁਸੀਂ ਮੈਨੂੰ 1 ਲੱਖ ਰੁਪਈਆ ਦਿੱਤਾ, ਫਿਰ ਮੈਂ ਕਿਉਂ ਕੀਰਤਨ ਕਰਾਂ? ਤੁਸੀਂ ਗੰਧ ਹੀ ਪਸੰਦ ਕਰਦੇ ਹੋ, ਠੀਕ ਹੈ ਅਸੀਂ ਗੰਧ ਗਾਵਾਂਗੇ। ਆ ਗੰਧ ਹੀ ਗਾਉਂਦਾ ਰਿਹਾ, ਬੱਲੇ 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 ਹੋ ਗਈ। ਕਿਸੇ ਕੀਰਤਨੀ ਦੀ ਬੱਲੇ ਬੱਲੇ ਹੋਈ ਹੈ? ਕੋਈ ਕੀਰਤਨ ਦੇ ਮਰਨ 'ਤੇ ਲੱਖਾਂ ਲੋਕ ਜਾਂਦੇ ਨਾ। ਗੰਧ ਸੁਣਾਓ। ਸਾਡੇ ਅੰਦਰ ਗੰਧ ਹੈ, ਕਿਉਂਕਿ ਸਾਡੇ ਅੰਦਰ ਗੰਧ ਹੈ, ਇਸ ਲਈ ਸਾਨੂੰ ਬਾਹਰੋਂ ਗੰਧ ਪਸੰਦ ਹੈ, ਹੋਰ ਕੋਈ ਗੱਲ ਨਹੀਂ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਗੰਧ ਹੀ ਗੰਧ ਹੈ, ਗੰਧ ਹੀ ਗੰਧ ਹੈ। ਇਹਨਾਂ ਚੰਗੀ ਅਸਰ ਗੱਲ ਦਾ ਅਸਰ ਹੀ ਕੋਈ ਨਹੀਂ ਹੁੰਦਾ, ਐਵੇਂ ਮੱਥਾ ਮਾਰਨਾ ਹੁੰਦਾ ਫਿਜ਼ੂਲ। ਕਿਉਂਕਿ ਲੋਕ ਜੋ ਮੇਰੇ ਅੰਦਰ, ਮੈਂ ਉਹੀ ਸੁਣ ਕੇ ਰਾਜੀ ਹੋਵਾਂਗਾ। ਕੁਦਰਤੀ ਗੱਲ। ਹੁਣ ਮੈਨੂੰ ਕੋਈ ਗੀਤ ਸੁਣਾਵੇ, ਮੈਂ ਸੁਣਦਾ ਹੀ ਨਹੀਂ ਹੈਗਾ। ਗਾਣੇ ਸੁਣੇ, ਮੈਨੂੰ ਪਤਾ ਹੀ ਨਹੀਂ ਕੌਣ ਸੀ ਇਹ ਜਿਹੜਾ ਮਰ ਗਿਆ ਹੈ, ਕੀ ਕੌਣ ਸੀ ਕੌਣ ਨਹੀਂ ਸੀ। ਇਹ ਤਾਂ ਅਖਬਾਰਾਂ 'ਚ ਆਉਣ ਲੱਗਦਾ, ਮੈਨੂੰ ਪਤਾ ਲੱਗ। ਕਿਉਂ? ਜਦ ਸੁਣਨੇ ਹੀ ਨਹੀਂ। ਸੋ ਸਾਡੇ ਅੰਦਰ ਜੋ ਹੈ ਉਹੀ ਸਾਨੂੰ ਬਾਹਰੋਂ ਪਸੰਦ ਹੈ। ਸਾਨੂੰ ਬਾਹਰ ਪਿਆ ਹੋਇਆ ਗੰਦ ਕਿਉਂ ਨਹੀਂ ਭੈੜਾ ਲੱਗਦਾ? ਕਿਉਂ? ਸਾਡੇ ਅੰਦਰ ਗੰਦ ਹੈ। ਅਸੀਂ ਆਪਣਾ ਘਰ ਸਾਫ਼ ਕਰਕੇ ਗੰਦ ਸਾਹਮਣੇ ਸੁੱਟਦੇ ਨੇ ਖਾਲੀ ਟੋਏ 'ਚ। ਕਿਉਂ? ਅਸੀਂ ਸਮਝਦੇ ਹਾਂ ਪਤਾ ਨਹੀਂ ਅਸੀਂ ਬੜੇ ਸਫਾਈ ਪਸੰਦ ਹਾਂ ਜੀ, ਆਪਣਾ ਪੋਚਾ ਲਾ ਲੈ। ਗੰਦ ਪਾਉਂਦੇ ਅਸੀਂ। ਕਿਉਂ ਪਾਉਂਦੇ ਗੰਦ? ਸਾਡੇ ਅੰਦਰ ਗੰਦ ਹੈ। ਸਾਡੇ ਅੰਦਰ ਗੰਦ ਹੈ, ਇਸ ਲਈ ਬਾਹਰ ਵਾਲਾ ਸਾਨੂੰ ਗੰਦ ਹੀ ਨਹੀਂ ਲੱਗਦਾ। ਗੰਦ ਹੀ ਲੱਗਦਾ। ਗੁਆਂਢ 'ਚ ਕੋਈ ਪਲਾਟ ਖਾਲੀ ਹੈ, ਅਸੀਂ ਭਰ ਦਿੰਦੇ ਗੰਦ ਨਾਲ, ਭਰ ਦਿੰਦੇ। ਹਾਲਾਂਕਿ ਕੂੜਾ ਲੈਣ ਆਉਂਦਾ ਹੁੰਦਾ, ਉਹਨੂੰ ਨਹੀਂ ਕੂੜਾ ਦੇਣਾ, ਆਂਢ ਗੁਆਂਢ ਸੁੱਟ ਦੇਣਾ। ਉਹਨੂੰ 60 ਰੁਪਏ 2 ਰੁਪਏ ਰੋਜ਼ ਦੇ ਨਹੀਂ ਦੇਣੇ। ਘਰ 'ਤੇ ਲੱਖਾਂ ਰੁਪਈਏ ਲਾ ਦੇਣੇ, ਗਲੀ 'ਚ ਗੰਦ ਪਾਈ ਜਾਣਾ ਹੁੰਦਾ। ਗਲੀ 'ਚ ਟੋਏ ਪਏ ਹੁੰਦੇ ਨੇ, ਕੋਠੀ ਕਰੋੜ ਦੀ ਹੈ, ਗਲੀ ਟੋਇਆ ਪਿਆ ਹੋਇਆ, ਉਹ ਟੋਇਆ ਹੀ ਨਹੀਂ ਭਰਨ ਦਿੰਦਾ, 20 ਰੁਪਏ ਖਰਚ ਕੇ। ਅਸਲ ਸਾਡੇ ਅੰਦਰ ਟੋਏ ਨੇ। ਸਾਨੂੰ ਗਲੀਆਂ 'ਚ ਟੋਏ ਹੋਏ ਵੀ ਕੁਛ ਨਹੀਂ ਕਹਿੰਦੇ, ਬਸ ਸਾਨੂੰ ਭੈੜੇ ਨਹੀਂ ਲੱਗਦੇ। ਜਿੱਦੇ ਸਾਨੂੰ ਭੈੜੇ ਲੱਗਣ ਲੱਗੇ ਨਾ, ਅਸੀਂ ਗਾਹ ਪਾ ਦਾਂਗੇ ਨਾ ਨਗਰ ਪਾਲਿਕਾ ਦਾ। ਕਰ ਟੈਲੀਫੋਨ, ਬਿਜਲੀ ਚਲੀ ਜਾਏ ਤੜਾ ਤਾਂ ਟੈਲੀਫੋਨ ਜਾਣ ਲੱਗ ਜਾਏ ਕਿ ਨਹੀਂ? ਉਹ ਤਾਂ ਬਿਜਲੀ ਚਲੀ ਛੇਤੀ ਠੀਕ ਕਰਕੇ ਜਾਓ, ਏਸੀ ਬੰਦ ਹੋ ਕੇ ਨੇ ਭਾਜੜ ਪਈ ਰਹਿੰਦੀ ਹੈ। ਪਿੰਡਾਂ ਵਾਲੇ ਪਏ ਟੈਲੀਫੋਨ ਹੀ ਨਹੀਂ ਕਰਦੇ, ਰਾਤ ਨੂੰ ਆਉਂਦੇ ਹੀ ਨਹੀਂ ਪਿੰਡਾਂ 'ਚ ਬਿਜਲੀ ਠੀਕ ਕਰਨ। ਫਿਰ ਸਵੇਰੇ ਚੱਲਾਂਗੇ ਆਰਾਮ ਨਾਲ। ਉਸ ਤੋਂ ਪਤਾ ਲੱਗਦਾ ਹੈ ਸਾਡੇ ਅੰਦਰ ਕੀ ਹੈ। ਬਾਹਰ ਤੋਂ ਪਤਾ ਲੱਗਦਾ ਸਾਡੇ ਅੰਦਰ ਕੀ ਹੈ। ਮੈਂ ਕਿੰਨੀ ਵਾਰੀ ਕਿਹਾ ਵੀ ਘਰ ਦੇ ਵਿੱਚ ਇੱਕ
छोटी जी बोरी दे 2-4 रख लो किलो रेता, किलो 2 किलो सीमेंट रख लो, 2-4 किलो बजरी रख लो। तसला घर च हुंदा ही है। एक करंडी खरीद लो जिहड़ी इन्हां कोल हुंदी मिस्त्री कोल। घर दे अगे रत्ती टोया पिया, उस वेले तीनों चीज़ां रलाओ, टोआ भर दो। नहीं वो टोया हौली हौली किड्डा चौड़ा हो जाएगा। हाँ, असी सोचते हैं साड़ी गली कोई ठीक करना होगा, नहीं आप ही ठीक कर लो। अपन हथी अपना आप ही कर सवारी। ताई कहते ए स्टिच इन टाइम सेव्स 9। छोटा जिहा टोया है उन्होंने भर लो, 10-20 रुपए भर जूगा। नहीं करोगे फिर उत्ते 500-700 लगूगा, फिर बड़ा सारा हो जाएगा, हो ही जाना हो ही जाना। सो गुरु महाराज कृपा करो। गुरु महाराज कहते सदा आनंद आनंदी साहिब गुण निधान नित नित जापिए। परमात्मा तो आनंदी है, आनंद स्वरूप है, वो गुणों का खजाना है। नित नित हमेशा जापिए उहदा नाम जपना चाहिए है। बलिहारी तिस संत प्यारे जिस प्रसाद प्रभ मन वासी है। मैं उस प्यारे संत तो, मैं उस प्यारे गुरु तो बलिहार जांदा हाँ जिस प्रसाद जिस दी किरपा नाल प्रभ मन वासी है। परमात्मा मन च वस जांदा। कहते मैं उस संत तो बलिहार जांदा हाँ जिहदी किरपा नाल परमात्मा मन विच वस जांदा है। रहाओ हुण उस बंदे प्रिंसीपल ने मेरे अंदर वसाता नाम। मैं देखो इसे कर कई बार तुहानूं सुनाया, बलिहार जाना उस भी भाई शाबाश है तेरे, तू एकदम मेरी जिंदगी मोड़ लिया। भावें मैं नास्तिक नहीं सी, पर उसने एकदम ऐसे वचन कहे कि उस दिन मैं सतो गुणी सी। मेरा MA का रिजल्ट आया सी, मैं पास हो गया, मैं खुशी साझी करन चलिया। अगों वो उन्हें ऐ कहता अगों ने कहता क्योंकि मैं सतो गुणी सी, सीधा ही असर हो गया दिल ते, सीधा ही असर हो गया। मैंने कोई गल ही नहीं सुझी। जिन्हें स्टंड आई व स्टंड, सुन हो गया मैं सुन के। हाँ तो बस बदल गया। इसलिए असी टोए च डिग पईए, आप नहीं निकल सकते, सानू कोई कढ़दा है, सानू कोई कढ़दा है। अपनी बांह फड़ाएगा, रस्सी फड़ाएगा, कोई ढंग तरीका दसेगा। तो जे असी बहुता समा टोए च रहे तो सानू जिहड़ा उहदी आदत पै जानी टोए च रहण दी। जे सानू कढ़ेगा असीं निकलण नूं तैयार ही नहीं होवांगे, क्योंकि सानू बहुत देर हो गई उस हालत च रहिंदिआं होइआं। सानू सैकड़े बीत गए गुलाम रहिंदिआं होइआं। जदों आज़ादी मंगनी शुरू की साडे लीडरां ने, असीं उन्हां दी विरोधता करनी शुरू करती। क्यों? असीं उसी हालत विच रहण दे आदी हो गए सी। बस उस हालत च निकलण नूं तैयार ही नहीं सी हैगे। सगों जाके पुलिस वाले दसदे साडे पिंड है वो फलाना आज़ादी मंगदा है, उहदी सपोर्ट तां की करनी। दसम पातशाह यही कहंदे सी पहाड़ी राजां नूं कि तुसीं मेरी मदद करो, आपां तुहाडे एरिए चों हिमाचल दे विचों पंजाब दे विचों मुगलों दा राज खत्म कर देंगे। फिर अगे राजस्थान दे राजपूत भी बहादुर ने, फिर उन्होंने नार ला लांगे, राजपुताने चो मुगलों का राज खत्म कर देंगे। जेड़े मराठे ने फिर वो भी बहादुर ने, फिर उन्होंने नार ला के हिंदुस्तान मुगलों का राज खत्म कर देंगे। बजाय गुरु महाराज की सहायता करन दे, सब उल्टा जाके औरंगजेब नूं दसना शुरू करते। ऐ कहते हैं औरंगजेब दे नाल रल के अखीर ते घेरा पलिया अनंदपुर साहब। ये मैं देखिया जदा बंदा बहुत समा इक्को जिहे हालत में रहना शुरू कर दे, आदी हो जाता है। उन्होंने पता ही नहीं लगता कि मैं नरक च रह रहा, कोई मैनू स्वर्ग च ले जाना चाहता है। वो नरक च रहन का आदी हो गया। जिवें मैं तुहानूं दस्सिया सी कि किहड़े सन जा रहे साधु आकाशन नारद जी, हेठां सूर है, गंदी नाली च मूँह मारिया है। उन्होंने तरस आ गया, हेठा उतरे, सूर की बोली च बोले भी मैं स्वर्ग चलिया, तू जाना? कहते उत्थे की हुंदा? कहते उत्थे बड़े बाग हुंदे ने, खाण पीण वधिया हुंदा है, वधिया पहनण नूं मिलदा है, बहुत सोहना थां है,
ਕਹਿੰਦਾ ਨਾਰਦ ਜੀ ਮੈਨੂੰ ਉੱਥੇ ਇਹ ਦੱਸੋ ਉੱਥੇ ਗੰਦੀਆਂ ਨਾਲੀਆਂ ਹੁੰਦੀਆਂ? ਕਹਿੰਦਾ ਨਾ ਵੀ ਉਹ ਨਹੀਂ ਹੁੰਦੀਆਂ। ਕਹਿੰਦਾ ਤਾਂ ਨਹੀਂ ਮੈਂ ਜਾਂਦਾ। ਸਾਡਾ ਉਹ ਹਾਲ ਹੈ। ਗੁਰੂ ਸਾਨੂੰ ਇਹਨਾਂ ਗੰਦੀਆਂ ਨਾਲੀਆਂ 'ਚ ਕੱਢਦੇ ਨੇ, ਨਿਕਲੋ ਸਿੱਖ। ਅਸੀਂ ਕਹਿੰਦੇ ਨਾ ਜੀ, ਜਿੱਥੇ ਤੁਸੀਂ ਲਿਜਾਣਾ ਚਾਹੁੰਦੇ ਪਹਿਲਾਂ ਉੱਥੇ ਦੱਸੋ ਤੇ ਗੰਦੀਆਂ ਨਾਲੀਆਂ ਹੈਗੀਆਂ, ਉੱਥੇ ਠੇਕੇ ਹੈਗੇ, ਚਲਿਆ ਜਾਂਦਾ ਮੈਂ। ਜੇ ਉੱਥੇ ਠੇਕੇ ਹੀ ਕੋਈ ਨਹੀਂ, ਮੈਂ ਤੁਹਾਡਾ ਜਾ ਕੇ ਕੀ ਕਰਨਾ। ਆਦੀ ਹੋ ਗਿਆ ਸੀ, ਬਹੁਤ ਸਮੱਸਿਆ ਹੈ। ਮੈਂ ਇੱਕੋ ਵਾਰੀ ਸਾਰੀ ਉਮਰ 'ਚ ਸਰਕਸ ਦੇਖੀ। ਮੈਂ ਉਦੋਂ ਹੁੰਦਾ ਸੀ ਬਰਾੜਾ, ਅੰਬਾਲੇ ਅਤੇ ਜਗਾਦਰੀ ਦੇ ਵਿਚਾਲੇ ਸਟੇਸ਼ਨ। ਜਗਾਦਰੀ ਲੱਗੀ ਜਿਹੜੀ ਹੈ ਸਰਕਸ। ਮੈਨੂੰ ਹੈਡਮਾਸਟਰ ਕਹਿੰਦਾ ਵੀ ਲੜਕੇ ਲੜਕੀਆਂ ਨੂੰ ਲੈ ਜਾਓ ਜੀ, ਇਹਨਾਂ ਨੂੰ ਸਰਕਸ ਵਿਖਾ ਲਿਓ। ਸਰਕਸ ਦਾ ਟਾਈਮ ਸੀ 4 ਤੋਂ 3 ਤੋਂ 6, 6:30 ਗੱਡੀ ਚੱਲਦੀ ਸੀ। ਅਸੀਂ ਕਿਹਾ ਚੱਲ ਸਰਕਸ ਵੇਖ ਕੇ ਗੱਡੀ ਫੜ ਲਾਂਗੇ। ਉੱਥੇ ਗਏ ਤਾਂ ਪਤਾ ਲੱਗਿਆ ਸਰਕਸ ਹੈਗੀ 4 ਤੋਂ 7। ਹੁਣ ਮੈਂ ਜਾ ਕਰ ਕਿਹਾ ਵੀ ਹੁਣ ਗੱਡੀ ਨਹੀਂ ਮਿਲਣੀ, ਰਾਤ ਨੂੰ ਜਾ ਕੇ ਜੇ ਹੁਣ ਤਾਂ ਆਏ ਹਾਂ, ਦੇਖ ਕੇ ਚੱਲਾਂਗੇ। ਮੈਨੂੰ ਇਹ ਸਮੱਸਿਆ ਹੋ ਗਈ ਵੀ ਨਾਲ ਕੁੜੀਆਂ ਨੇ 9ਵੀਂ 10ਵੀਂ ਦੀਆਂ, ਮੁੰਡੇ ਨੇ, ਉਹ ਮਾਂ ਪਿਓ ਦੀ ਚਿੰਤਾ ਹੋ ਜਾਣੀ। ਉਦੋਂ ਕਿਹੜੇ ਟੈਲੀਫੋਨ ਦੇ ਸਨ ਵੀ ਇਹ ਗੱਡੀ 'ਤੇ ਆਏ ਨੇ ਕਿ ਨਹੀਂ ਆਏ। ਚਲੋ ਖੈਰ ਕਰਦਿਆਂ ਕਿ ਸਾਨੂੰ 12 ਵਜੇ ਗੱਡੀ ਮਿਲੀ। ਫਿਰ ਅਸੀਂ 1 ਵਜੇ ਆਏ। ਉੱਥੇ ਮੈਂ ਸਰਕਸ 'ਚ ਕੀ ਵੇਖਿਆ ਜਿਹੜੇ ਮੈਂ ਗਲਤ ਤੁਹਾਨੂੰ ਸੁਣਾਉਣਾ ਚਾਹੁੰਦਾ। ਉਹ ਇੱਕ 5 ਫੁੱਟ ਦਾ ਕੱਦ ਦਾ ਬੰਦਾ ਮਸਾਂ, ਉਹਦੇ ਇੱਕ ਛੰਟ ਹੈ। ਸ਼ੇਰ ਨੂੰ ਕਹਿੰਦਾ ਇਸ ਮੇਜ਼ 'ਤੇ ਬੈਠ। ਸ਼ੇਰ ਟੱਪ ਕੇ ਮੇਜ਼ 'ਤੇ ਬਹਿ ਗਿਆ ਹੈ। ਮੈਂ ਦੇਖ ਰਿਹਾ। ਫਿਰ ਉਹਨੂੰ ਕਹਿੰਦਾ ਇੱਕ ਲੋਹੇ ਦਾ ਜੰਗਲਾ ਸੀ ਇਸ ਤਰ੍ਹਾਂ, ਉਹਨੂੰ ਅੱਗ ਲੱਗੀ ਹੋਈ ਸੀ। ਕਹਿੰਦਾ ਇਹਦੇ ਵਿੱਚੋਂ ਦੀ ਛਾਲ ਮਾਰ। ਸ਼ੇਰ ਨੇ ਉਹਦੇ ਵਿੱਚੋਂ ਦੀ ਛਾਲ ਮਾਰੀ। ਸ਼ੇਰ ਤੋਂ ਕਰਤੱਵ ਕਰਾ ਰਿਹਾ ਹੈ। ਮੈਂ ਕਿਹਾ ਓਹੋ, ਸ਼ੇਰ ਨੂੰ ਭੁੱਲ ਹੀ ਗਿਆ ਮੈਂ ਸ਼ੇਰ ਹਾਂ। ਮੈਂ ਜੇ ਕਿਤੇ ਇਹਨੂੰ ਯਾਦ ਆ ਜਾਣਾ ਮੈਂ ਸ਼ੇਰ ਹਾਂ, ਇਹਨੇ ਇੱਕ ਮਾਰਨੀ ਹੈ ਭਬਕ, ਅੱਧੇ ਜਿਹੇ ਉੱਪਰ ਬੈਠਣਾ ਕੁਰਸੀਆਂ, ਇਹਨਾਂ ਤਲੰਬ ਕਰਕੇ ਮਗਰ ਡਿੱਗ ਪੈਣਾ ਦੇ ਹੱਲਾ ਗੁੱਲਾ ਮਾਜਾਂ, ਸ਼ੇਰ ਛੁੱਟ ਗਿਆ, ਸ਼ੇਰ ਛੁੱਟ ਗਿਆ, ਸਾਰਾ ਜਮਨਾ ਨਗਰ ਬੰਦ ਹੋ ਜਾਣਾ। ਪਰ ਇਹ ਬੰਦਾ ਬਹੁਤ ਚਲਾਕ ਹੈ, ਐਡੀ ਵੱਡੀ ਤਾਕਤ। ਕਦੇ 21 ਮੱਝਾਂ ਜਿੰਨਾ ਜ਼ੋਰ ਹੁੰਦਾ ਸ਼ੇਰ ਦੇ ਵਿੱਚ, ਉਹਨੂੰ ਨਚਾ ਰਿਹਾ ਹੈ। ਉਹਨੂੰ ਕਹਿ ਰਿਹਾ ਆਹ ਕਰ, ਆਹ ਕਰ। ਕਿਉਂ? ਉਹਨੂੰ ਛੋਟੀ ਉਮਰ 'ਚ ਲੈ ਆਇਆ। ਛੋਟੀ ਉਮਰ 'ਚ ਲੈ ਉਹਨੂੰ ਭੁੱਲ ਹੀ ਗਿਆ ਮੈਂ ਸ਼ੇਰ ਹਾਂ। ਬਸ ਉਹਨੂੰ ਗਿੱਦੜਾ ਵਰਗਾ ਬਣਾਤਾ ਹੈ। ਇਸ ਲਈ ਸਦੀਆਂ ਗੁਲਾਮ ਰਹਿਣ ਕਾਰਨ ਸਾਨੂੰ ਭੁੱਲ ਹੀ ਗਿਆ ਵੀ ਅਸੀਂ ਬੰਦੇ ਹਾਂ, ਭੁੱਲ ਗਿਆ। ਹੁਣ ਵੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਤੁਸੀਂ ਭੁੱਲ ਜਾਓ ਤੁਸੀਂ ਬੰਦੇ ਹੋ। ਜੇ ਇਹੀ ਸਰਕਾਰ 10-20 ਸਾਲ ਰਹਿ ਗਏ ਭੁਲਾ ਦੇਣਗੇ ਤੁਸੀਂ ਬੰਦੇ ਹੋ। ਨਾ, ਤੁਸੀਂ ਡੰਗਰ ਹੋ, ਅਸੀਂ ਤੁਹਾਡੇ ਆਜੜੀ ਹਾਂ, ਜਿਵੇਂ ਕਹਾਂਗੇ ਉਵੇਂ ਕਰੀ ਚੱਲੋ। ਤਾਂ ਭਲੀ ਕਰਨ। ਗੁਰੂ ਮਹਾਰਾਜ ਸਾਨੂੰ ਉਸ ਹਾਲ 'ਚੋਂ ਕੱਢਣਾ ਚਾਹੁੰਦੇ ਨੇ। ਓਏ ਸਿੱਖਾ, ਤੂੰ ਨਰਕ 'ਚ ਬੈਠਾ ਹੈ, ਆ ਤੈਨੂੰ ਬਾਹਰ ਕੱਢਾਂ। ਅਸੀਂ ਕਹਿੰਦੇ ਨਾ ਜੀ, ਆਹੀ ਵਧੀਆ ਜੀ, ਬਸ ਜਾਂਦੇ ਹੀ ਨਹੀਂ, ਅੱਖ ਹੀ ਨਹੀਂ ਲੱਗਦੇ। ਜੇ ਤੁਹਾਨੂੰ ਮੱਥਾ ਤਾਂ ਟੇਕ ਦਾਂਗੇ, ਅਸੀਂ ਲੰਗਰ ਵੀ ਲਾ ਦਾਂਗੇ, ਹੋਰ ਕੁਛ ਕੋ ਕਰ ਲਾਂਗੇ, ਪਰ ਨਾ ਸਾਨੂੰ ਆਹ ਨਾ ਕਹੋ ਐਂ ਕਰੋ ਤੇ ਆਹ ਕਰੋ। ਮਨੁੱਖ ਨਿਕਲਣ ਲਈ ਤਿਆਰ ਨਹੀਂ ਹੈਗਾ। ਇਹ ਆਪਣੀ ਕਿਸਮਤ ਬਦਲਣ ਨੂੰ ਤਿਆਰ ਹੀ ਨਹੀਂ। ਫਿਰ ਦੂਜਾ ਕੀ ਕਰ ਸਕਦਾ? ਦੂਜਾ ਤਾਂ ਢੰਗ ਤਰੀਕਾ ਦੱਸ ਸਕਦਾ ਨਾ ਕਿ ਤੁਸੀਂ ਇਸ ਤਰ੍ਹਾਂ ਕਿਸਮਤ ਬਦਲ ਸਕਦੇ ਹੋ। ਉਹ ਕਹਿੰਦੇ ਤੁਸੀਂ ਗੁਰੂ ਵਾਲੇ ਹੋ, ਨਾਮ ਜਪੋ, ਤੁਹਾਡੀ ਕਿਸਮਤ ਬਦਲ ਜਾਏਗੀ। ਹੋਰ ਕੀ ਇੱਥੇ ਗੱਲ ਤਾਂ ਇੰਨੀ ਹੈ। ਇਹੀ ਕਰਨ ਮਨੁੱਖ ਤਿਆਰ ਨਹੀਂ ਹੈ। ਧੱਕੇ ਥੋੜ੍ਹੇ ਜਿਹੇ ਖਾਈ ਜਾਂਦੇ। ਉਹ ਕਹਿ ਚੰਗਾ ਭਾਈ ਫਿਰ ਖਾਈ ਜਾਣ, ਮੈਂ ਕੀ ਕਰਾਂ, ਮੇਰੇ ਕੋਲ ਕਿਹੜਾ ਡਾਂਗ ਜਿਹੜੀ ਤੁਹਾਡੇ ਮੈਂ ਮਾਰਨੀ। ਇਸ ਲਈ ਗੁਰੂ ਮਹਾਰਾਜ ਸਮਝਾਉਂਦੇ ਨੇ, ਬਲਿਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ। ਜਿਹਦੀ ਕਿਰਪਾ ਨਾਲ ਪਰਮਾਤਮਾ ਮਨ 'ਚ ਵਸ ਜਾਂਦਾ ਨਾ, ਕਹਿੰਦੇ ਐਸੇ ਸੰਤ ਤੋਂ ਮੈਂ ਬਲਿਹਾਰ ਜਾਂਦਾ ਰਹਾ। ਜਾ ਕਾ ਦਾਨ ਨਿਖੂਟੈ ਨਾਹੀ। ਨਿਖੁੱਟਣਾ ਹੁੰਦਾ ਮੁੱਕਣਾ। ਪਰਮਾਤਮਾ ਜਿਹੜੀ ਦਾਤ ਹੈ ਨਾ, ਇਹ ਮੁੱਕਦੀ ਨਹੀਂ ਹੈਗੀ। ਕਿਉਂਕਿ ਪਰਮਾਤਮਾ ਨੇ ਜੋ ਸਾਡੀ ਕਿਸਮਤ ਪਾਉਣਾ ਸੀ ਇੱਕੋ ਵਾਰੀ ਪਾਤਾ ਹੈ। ਅਸੀਂ ਸੋਚਦੇ ਹਾਂ ਅਸੀਂ ਅਰਦਾਸਾਂ ਕਰ ਕਰਕੇ ਹੋਰ ਪਵਾ ਲਿਆ ਹੈ। ਨਹੀਂ, ਉਹਨੇ ਜੋ ਪਾਉਣਾ ਸੀ ਇੱਕੋ ਵਾਰੀ ਪਾਤਾ। ਕਹਿੰਦੇ ਉਹ ਗਲਤੀ ਨਹੀਂ ਕਰਦਾ ਵੀ ਕਿਤੇ ਉਹਨੇ ਗਲਤੀ ਲੱਗੇ ਲੈ ਵੀ ਤੈਨੂੰ ਹੋਰ ਦੇ ਪਾ ਦਿੰਦਾ ਨਾ। ਜੋ ਉਹਨੇ ਪਾਉਣਾ ਸੀ ਸਾਡੀ ਕਿਸਮਤ 'ਚ ਇੱਕੋ ਵਾਰੀ ਹੀ ਪਾ ਦਿੱਤਾ ਹੈ। ਬਸ
ਤੁਸੀਂ ਕਹੋ ਨਹੀਂ ਜੀ ਅਸੀਂ ਤਾਂ ਬਾਣੀ ਪੜ੍ਹ ਕੇ ਨਾਮ ਜਪ ਕੇ ਹਾਂ ਜੀ ਵਧਾ ਲਿਆ ਹੈ। ਉਹ ਤੁਹਾਡੀ ਕਿਸਮਤ ਲਿਖਿਆ ਸੀ ਕਿ ਨਾਮ ਜਪ ਕੇ ਬਾਣੀ ਪੜ੍ਹ ਕੇ ਤੁਹਾਡੇ ਵਾਧਾ ਹੋ ਸਕਦਾ, ਨਹੀਂ ਤੇ ਨਹੀਂ ਹੋਣਾ। ਉਹ ਸਾਡੀ ਕਿਸਮਤ ਦੀ, ਸਾਡੇ ਤੋਂ ਬਾਣੀ ਪੜਵਾ ਰਹੀ, ਸਾਡੇ ਤੋਂ ਨਾਮ ਜਪਾ ਰਹੀ ਹੈ। ਸਾਡੀ ਕਿਸਮਤ ਨੇ ਸਾਨੂੰ ਸੋਝੀ ਬਖਸ਼ੀ ਹੈ। ਇਹ ਸਭ ਕੁਝ ਪਹਿਲੇ ਲਿਖਿਆ ਹੋਇਆ ਹੈ ਕਿ ਤੁਸੀਂ ਸਤ ਸੰਗਤ ਕਰੋਗੇ, ਤੁਸੀਂ ਬਾਣੀ ਪੜ੍ਹੋਗੇ, ਤੁਸੀਂ ਨਾਮ ਜਪੋਗੇ, ਲਿਖਿਆ ਹੋਇਆ। ਉਂਝ ਨਹੀਂ ਕਰਦਾ ਬੰਦਾ ਕੁਛ। ਸੋ ਉਹਦੀ ਜਿਹੜੀ ਬਖਸ਼ਿਸ਼ ਹੈ ਨਾ, ਉਹਦਾ ਜਿਹੜਾ ਦਾਨ ਹੈ ਉਹ ਮੁੱਕਦਾ ਨਹੀਂ ਹੈ। ਭਲੀ ਭਾਂਤ ਸਭ ਸਹਿਜ ਸਮਾਹੀ, ਭਲੀ ਭਾਂਤ ਭਲੇ ਤਰੀਕੇ ਨਾਲ ਸਾਰੇ ਦਾ ਫਿਰ ਜਿਹੜਾ ਹੈ ਉਹਦਾ ਦਾਨ ਹੈ। ਜਿਹਨੂੰ ਉਹਦਾ ਨਾਮ ਦਾਨ ਮਿਲ ਜਾਂਦਾ ਨਾ, ਉਹ ਸਹਿਜ ਅਵਸਥਾ 'ਚ ਲੀਨ ਹੋ ਜਾਂਦਾ, ਉਹ ਹਮੇਸ਼ਾ ਸੁੱਖ ਦੀ ਅਵਸਥਾ 'ਚ ਰਹਿੰਦਾ ਹੈ। ਜਿਵੇਂ ਆਪਾਂ ਸੁੱਖ ਹਸਨ ਕਰਦੇ ਨੇ, ਦੂਰ ਮਾਰੇ ਸਹਿਜ ਅਵਸਥਾ 'ਚ ਆ ਗਏ ਨੇ। ਆ ਲਓ ਜੀ, ਹੁਣ ਤੁਹਾਨੂੰ ਕਿਸੇ ਬਾਰੇ ਸੋਚਣ ਦੀ ਕੋਲ ਨਹੀਂ, ਤੁਸੀਂ ਕਰੋ ਆਰਾਮ ਅਤੇ ਸਾਨੂੰ ਰੋਟੀਆਂ ਖਾਣ ਦੀ ਆਗਿਆ ਬਖਸ਼ੋ। ਅਸੀਂ ਕਹਿੰਦੇ ਸੁੱਖ ਹਸਨ ਹੋ ਗਿਆ ਤੁਹਾਡਾ ਜੀ, ਆਰਾਮ ਕਰੋ ਜੀ। ਇਹ ਬੰਦੇ ਦਾ ਸੁੱਖ ਹਸਨ ਹੋ ਜਾਂਦਾ ਹੈ। ਜਾ ਕੀ ਬਖਸ਼ ਨ ਮੇਟੈ ਕੋਈ, ਜਿਸ ਪਰਮਾਤਮਾ ਦੀ ਬਖਸ਼ਿਸ਼ ਨੂੰ ਕੋਈ ਮਿਟਾ ਹੀ ਨਹੀਂ ਸਕਦਾ। ਜੋ ਪਰਮਾਤਮਾ ਨੇ ਤੁਹਾਨੂੰ ਦੇਤਾ ਨਾ, ਉਹਨੂੰ ਕੋਈ ਨਹੀਂ ਮਿਟਾ ਸਕਦਾ, ਜਿੰਨਾ ਮਰਜ਼ੀ ਪਿਆ ਕੋਈ ਜ਼ੋਰ ਲਾਵੇ। ਪਰਮਾਤਮਾ ਨੇ ਤੁਹਾਨੂੰ ਵਡਿਆਈ ਦੇਣੀ ਹੈ। ਦੂਜੇ ਜਿਹੜੇ ਤੁਹਾਨੂੰ ਜਾਣਦੇ ਔਖੇ ਹੁੰਦੇ ਨੇ, ਪਰ ਕੁਛ ਨਹੀਂ ਕਰ ਸਕਦੇ। ਜਿਹੜੇ ਪਰਮਾਤਮਾ ਦੇ ਦਰ ਤੋਂ ਸਾਨੂੰ ਮਿਲਦੇ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਲੋਕ ਜਿਹੜੀ ਵਡਿਆਈ ਦਿੰਦੇ ਨੇ, ਲੋਕ ਕੱਲ੍ਹ ਨੂੰ ਬਦਨਾਮੀ ਵੀ ਕਰ ਸਕਦੇ ਆ, ਪਰ ਜਿਹੜੇ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲ ਜਾਂਦੀ ਹੈ, ਉਹ ਤਾਂ ਸਦੀਆਂ ਤੱਕ ਰਹਿੰਦੀ ਹੈ। ਜਾ ਕੀ ਬਖਸ਼ ਨ ਮੇਟੈ ਕੋਈ, ਮਨ ਵਸਾਈਏ ਸਾਚਾ ਸੋਈ। ਇਹੋ ਜਿਹੇ ਪਰਮਾਤਮਾ ਨੂੰ ਮਨ 'ਚ ਵਸਾਉਣਾ ਚਾਹੀਦਾ ਹੈ। ਯਾਦ ਕਰ ਕੇ ਹੀ ਉਹ ਮਨ 'ਚ ਵਸਦਾ ਹੈ। ਕਿਉਂਕਿ ਜਿਹੜੀ ਚੀਜ਼ ਸਾਹਮਣੇ ਦਿਸ ਰਹੀ ਹੈ, ਉਹਨੂੰ ਯਾਦ ਕਰਨਾ, ਉਹਨੂੰ ਪਿਆਰ ਕਰਨਾ ਆਸਾਨ ਹੁੰਦਾ ਹੈ। ਪਰਮਾਤਮਾ ਦੇ ਦਿਸਦਾ ਹੀ ਨਹੀਂ, ਇਸ ਲਈ ਉਹਨੂੰ ਪਿਆਰ ਕਰਦੇ ਬਹੁਤ ਸਮਾਂ ਲੱਗ ਜਾਂਦਾ। ਪਰਮਾਤਮਾ ਕਿਉਂਕਿ ਦਿਸਦਾ ਨਹੀਂ, ਇਸ ਲਈ ਉਹਨੂੰ ਪਿਆਰ ਕਰਨਾ ਔਖਾ ਹੁੰਦਾ ਹੈ। ਪਰ ਉਹ ਤਾਂ ਪਿਆਰ ਹੀ ਪਿਆਰ ਹੈ, ਉਹਦੇ ਕੋਲ ਤਾਂ ਹੋਰ ਕੁਛ ਹੈ ਹੀ ਨਹੀਂ ਹੈ। ਇਸ ਲਈ ਜਿਉਂ ਅਸੀਂ ਪਿਆਰ ਕਰਦੇ ਜਾਂਦੇ, ਉਹ ਵੀ ਸਾਨੂੰ ਪਿਆਰ ਕਰਦਾ ਹੈ। ਬਸ ਫਿਰ ਪਿਆਰ ਵੱਧਦਾ ਜਾਂਦਾ ਹੈ। ਸਗਲ ਸਮੱਗਰੀ ਗ੍ਰਹਿ ਜਾ ਕੇ ਪੂਰਨ, ਉਹਦੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਹਰ ਇੱਕ ਚੀਜ਼ ਉਹਦੇ ਘਰ 'ਚ ਪੂਰਨ ਹੈ। ਪ੍ਰਭ ਕੇ ਸੇਵਕ ਦੁੱਖ ਨਾ ਝੂਰਨ। ਇਸ ਜਿਹੜੇ ਪਰਮਾਤਮਾ ਦੇ ਸੇਵਕ ਹੁੰਦੇ ਨੇ, ਪਰਮਾਤਮਾ ਜਿਹੜੇ ਭਗਤ ਹੁੰਦੇ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ, ਉਹ ਝੁਰਦੇ ਨਹੀਂ। ਕਿਉਂ? ਪਰਮਾਤਮਾ ਕੋਲ ਸਭ ਕੁਛ ਹੈ। ਉਹ ਉਹਦੇ ਸੇਵਕ ਹੋਣ ਕਰਕੇ ਉਸ ਤੋਂ ਸਭ ਕੁਝ ਲੈ ਲੈਂਦੇ ਨੇ, ਸਭ ਕੁਝ ਲੈ ਲੈਂਦੇ। ਤੁਸੀਂ ਕਿਸੇ ਅਮੀਰ ਦੇ ਨੌਕਰ ਕੋਈ ਹੋ ਗਿਆ ਹੈ, ਨੌਕਰ ਕੱਪੜੇ ਨਹੀਂ ਮੰਗ ਰਿਹਾ, ਅਮੀਰ ਵੈਸੇ ਹੀ ਦੇ ਰਿਹਾ। ਉਹਦੇ ਕੋਲ ਬੜੇ ਕੱਪੜੇ ਹੁੰਦੇ, ਲੈ ਵੀ ਆਹ ਵੀ ਤੂੰ ਲੈ ਲਾ, ਆਹ ਵੀ ਲੈ ਲਾ, ਕੋਈ ਰੱਤੀ ਥੋੜ੍ਹੀ ਜੁੱਤੀ ਪੁਰਾਣੀ ਲੈ, ਆਹ ਵੀ ਤੂੰ ਲੈ ਲਾ। ਉਹ ਵੈਸੇ ਹੀ ਅਮੀਰ ਦਾ ਨੌਕਰ ਵੀ ਜਿਹੜਾ ਸਮਾਂ ਪਾ ਕੇ ਅਮੀਰ ਹੋ ਜਾਂਦਾ ਕਿ ਉਹ ਵਧੀਆ ਖਾਣ ਨੂੰ ਮਿਲਣਾ, ਵਧੀਆ ਪੈਨ ਮਿਲਣਾ। ਯਾਦ ਰੱਖੋ, ਅਮੀਰ ਬੰਦਾ ਜਿਹੜਾ ਹੈ, ਉਹ ਨਹੀਂ ਚਾਹੁੰਦਾ ਕਿ ਉਹਦਾ ਨੌਕਰ ਜੇ ਕੋਈ ਚੀਜ਼ ਵਰਤਾਏ ਅਤੇ ਫਟੇ ਪੁਰਾਣੇ ਕੱਪੜਿਆਂ 'ਚ ਹੋਵੇ। ਨਹੀਂ, ਉਹ ਕਹਿੰਦਾ ਮੇਰਾ ਨੌਕਰ ਵੀ ਵਧੀਆ ਕੱਪੜਿਆਂ 'ਚ ਹੋਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਚੀਜ਼ਾਂ ਵਰਤਾਉਂਦਾ ਸੋਹਣਾ ਲੱਗੇ। ਇਸ ਲਈ ਉਹਨੂੰ ਵਧੀਆ ਵਰਦੀ ਲੈ ਕੇ ਦਿੰਦਾ ਹੈ, ਵਧੀਆ ਖਾਣ ਨੂੰ ਮਿਲਦਾ ਹੈ। ਇਸ ਤਰ੍ਹਾਂ ਜਿਹੜਾ ਰੱਬ ਦਾ ਨੌਕਰ ਹੈ ਅਤੇ ਸੇਵਕ, ਉਹਨੂੰ ਕਿਸ ਚੀਜ਼ ਦੀ ਕਮੀ ਹੈ? ਰੱਬ ਕੋਲ ਤਾਂ ਸਭ ਕੁਛ ਹੀ ਪੂਰਨ ਹੈ, ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸੇਵਕ ਨੂੰ ਆਪਣੇ ਆਪ ਹੀ ਮਿਲਦਾ ਰਹਿੰਦਾ। ਹੁਣ ਸਾਡਾ ਜਿਹੜਾ ਰੱਖਿਆ ਹੋਇਆ ਸੀ ਬੰਦਾ, ਜਿਹੜਾ ਰਾਖੀ ਵੀ ਕਰਦਾ, ਝਾੜੂ ਝੂੜੂ ਵੀ ਫੇਰਦਾ, ਉਹਦੀ ਭੈਣ ਦਾ ਵਿਆਹ ਸੀ, ਕੋਈ ਕੱਪੜੇ ਲੈ ਤੇ ਉਹਨੂੰ, ਉਹਦੀ ਭੈਣ ਨੂੰ ਕੱਪੜੇ ਲੈ ਤੇ। ਹਾਲਾਂਕਿ ਉਹਦੇ ਵਿਚਾਰੇ ਕੋਈ ਮੰਗੇ ਤਾਂ ਨਹੀਂ। ਅਸੀਂ ਕਿਹਾ ਚਲੋ ਯਾਰ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਤੇ ਗੁਰਦੁਆਰੇ ਦੀ, ਚਲੋ ਇਹਦੀ ਸਹਾਇਤਾ ਕਰ ਦਿਓ। ਗਰੀਬ ਨੂੰ ਇੰਨੀ ਬੜੀ ਖੁਸ਼ੀ ਨੂੰ ਜਾ ਕੇ ਅਗਲਾ ਵਿਖਾਉਂਦਾ ਵੀ ਜਿਹਨੇ ਬਾਬਾ ਜੀ ਕੋਲ ਮੈਂ ਰਹਿਣਾ, ਉਹਨੇ ਮੈਨੂੰ ਜੋੜੇ ਦਿੱਤੇ ਨੇ, ਆਹ ਕੱਪੜੇ ਦਿੱਤੇ ਨੇ, ਆਹ ਦਿੱਤਾ, ਮੇਰੀ ਭੈਣ ਲਈ ਇਹਨੇ ਸੂਟ ਦਿੱਤੇ ਨੇ। ਖੁਸ਼ੀ ਹੁੰਦੀ ਵੈਸੇ ਹੀ ਮਿਲ ਜਾਂਦੇ ਨੇ, ਅਮੀਰ ਤੋਂ ਵੈਸੇ ਹੀ ਮਿਲ ਜਾਂਦਾ ਹੈ। ਅਤੇ ਪਰਮਾਤਮਾ ਤਾਂ ਫਿਰ ਅਮੀਰਾਂ ਦਾ ਅਮੀਰ ਹੈ,
ਜੇ ਉਹਦੇ ਸੇਵਕ ਹੋਵਾਂਗੇ ਤਾਂ ਫਿਰ ਕਿਸ ਚੀਜ਼ ਦੀ ਕਮੀ ਰਹੇਗੀ? ਮੰਗਣ ਦੀ ਲੋੜ ਨਹੀਂ। ਪਰਮਾਤਮਾ ਨੇ ਆਪਣੇ ਸੇਵਕ ਨੂੰ ਵੈਸੇ ਹੀ ਦੇਈ ਜਾਣਾ ਹੈ। ਇਹ ਸੇਵਾ ਕਰਦਾ, ਮੇਰਾ ਸਿਮਰਨ ਕਰਦਾ ਹੈ, ਉਹਨੇ ਵੈਸੇ ਹੀ ਖੁਸ਼ ਹੋ ਕੇ ਦੇ ਜਾਣਾ। ਸੰਸਾਰ ਉਦਾਹਰਨਾਂ ਮੈਂ ਤਾਂ ਦਿੰਦਾ ਤਾਂ ਸਾਨੂੰ ਗੱਲ ਸਮਝ ਆ ਜਾਵੇ। ਜੇ ਅਸੀਂ ਆਪਣੇ ਨੌਕਰ ਦੇ ਖੁਸ਼ ਹੋ ਕੇ ਉਸ ਨੂੰ ਚੀਜ਼ਾਂ ਦੇ ਰਹੇ ਹਾਂ ਅਤੇ ਪਰਮਾਤਮਾ ਕੋਲ ਤਾਂ ਕਿਸੇ ਚੀਜ਼ ਦੀ ਕਮੀ ਹੀ ਨਹੀਂ ਹੈ। ਉਹ ਤਾਂ ਢੇਰਾਂ ਦੇ ਢੇਰ ਲਾ ਦੇਗਾ, ਲੈ ਵੀ ਤੂੰ ਮੇਰਾ ਨਾਮ ਜਪਦਾ ਚੱਕ, ਤੂੰ ਵੀ ਕੀ ਯਾਦ ਰੱਖੇਗਾ। ਇਸ ਲਈ ਨਾਮ ਜਪਦੇ ਰਹੀਦੇ ਬਸ। ਹੌਲੀ 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 ਜਿਹਦਾ ਨਾਮ ਜਪਦੇ ਆ ਉਹਦੇ ਨਾਲ ਪਿਆਰ ਹੋ ਜਾਂਦਾ, ਅਤੇ ਪਿਆਰ ਦੇ ਵਿੱਚ ਫਿਰ ਜਿਹੜਾ ਹੈ ਸਭ ਕੁਛ ਕਈ ਵਾਰੀ ਵਾਰਿਆ ਜਾ ਸਕਦਾ ਹੈ। ਓਏ ਗਹੀ ਨਿਰਭਉ ਪਦ ਪਾਈਏ, ਓਟ ਗਹੀ ਨਿਰਭਉ ਪਦ ਪਾਈ। ਜਿਹੜਾ ਪਰਮਾਤਮਾ ਦਾ ਓਟ ਆਸਰਾ ਲੈ ਲੈਂਦੇ ਨੇ ਉਹਨੂੰ ਨਿਰਭਉ ਪਦਵੀ ਪ੍ਰਾਪਤ ਹੈ। ਭਾਵ ਉਹ ਨਿਡਰ ਹੋ ਜਾਂਦਾ, ਉਹ ਕਿਸੇ ਤੋਂ ਡਰਦਾ ਹੀ ਨਹੀਂ ਹੈਗਾ। ਸਾ ਸੋ ਗੁਣ ਨਿਧ ਗਾਈਏ, ਗੁਣ ਨਿਧ ਹੁੰਦਾ ਗੁਣਾਂ ਦਾ ਖਜ਼ਾਨਾ। ਸੋ ਸਵਾਸ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਪਰਮਾਤਮਾ, ਉਹਦੇ ਗੁਣ ਗਾਉਣੇ ਚਾਹੀਦੇ ਹਨ। ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ। ਸੰਤ ਵਰਿਆਮ ਸਿੰਘ ਜੀਵਨ ਪੜ੍ਹ ਰਿਹਾ ਸੀ, ਉਹ 22 ਘੰਟੇ ਸਿਮਰਨ ਕਰਦੇ ਰੋਜ਼, 22 ਘੰਟੇ। ਐਵੇਂ ਨਹੀਂ ਫਿਰ ਪਰਮ ਪਦ 'ਤੇ ਪਹੁੰਚਦੇ ਹੋ। ਜਦੋਂ ਕਿਸੇ ਮਨੁੱਖ ਨੇ ਉਚਾਈ ਨੂੰ ਛੂਹਣਾ ਹੈ, ਮਿਹਨਤ ਤੇ ਕਰਨੀ ਪਏਗੀ। ਥੁੱਕੀ ਬੜੇ ਨਹੀਂ ਪੱਕੇ ਕਰ। 22 ਘੰਟੇ ਮਿਹਣੇ ਰੱਖਦਾ। ਸੰਤ ਈਸ਼ਰ ਸਿੰਘ ਮਹਾਰਾਜ ਜੀਵਨ ਪੜ੍ਹ ਰਹੇ, ਉਹ ਕਹਿੰਦੇ ਮੈਂ 7 ਸਾਲ ਧਰਤੀ ਦੇ ਮੰਜੇ 'ਤੇ ਪਿੱਠ ਲਾ ਕੇ ਨਹੀਂ ਵੇਖੀ। 7 ਸਾਲ ਮੈਂ ਮੰਜੇ 'ਤੇ ਪਿੱਠ ਲਾ ਕੇ ਨਹੀਂ ਵੇਖੀ। ਐਵੇਂ ਨਹੀਂ ਦੁਨੀਆ ਅੱਜ ਉਹਨਾਂ ਨੂੰ ਯਾਦ ਕਰਦੇ। ਮਿਹਨਤ ਕਰਨੀ ਪੈਂਦੀ। ਜਦੋਂ ਫਿਰ ਪਰਮਾਤਮਾ ਵੇਖਦਾ ਕਿ ਮੇਰੇ ਤੱਕ ਪਹੁੰਚਣ ਲਈ ਦਿਨ ਰਾਤ ਲੱਗਾ ਹੋਇਆ ਹੈ, ਫਿਰ ਉਹ ਵੀ ਅੱਗੇ ਆ ਜਾਂਦਾ। ਆ ਜਾਵੇ ਸੱਜਣਾ, ਤੇਰੀ ਜਿਹੜੀ ਹੈ ਮਿਹਨਤ ਹੈ ਉਹ ਪ੍ਰਵਾਨ ਹੋ ਗਈ ਹੈ, ਆ ਜਾ ਤੈਨੂੰ ਸੱਚਖੰਡ ਨੂੰ ਲੈ ਚੱਲੀਏ। ਇਹ ਠੂੰ ਠੱਪ ਕਰਨ ਨਾਲ ਗੱਲ ਨਹੀਂ ਬਣਨੀ। ਜਿੰਨੀ ਠੂੰ ਠੱਪ ਕਰਾਂਗੇ ਫਲ ਵੀ ਉਨਾ ਹੀ ਮਿਲਣਾ। ਕਈ ਵਾਰੀ ਅਸੀਂ ਮਿਹਨਤ ਥੋੜ੍ਹੀ ਕਰਦੇ ਹਾਂ, ਸੇਵਾ ਥੋੜ੍ਹੀ ਮੰਗਣ ਬਹੁਤ। ਸੇਵਾ ਕਰਕੇ ਮੰਗਣਾ ਹੈ। ਅਸੀਂ ਮੰਗਦੇ ਰਹਿੰਦੇ ਹਾਂ, ਸੇਵਾ ਨਹੀਂ ਕਰਦੇ ਹੈ। ਕਿਉਂ? ਮੰਗਣਾ ਸੌਖਾ ਹੈ, ਸੇਵਾ ਕਰਨੀ ਔਖੀ ਹੈ। ਮੰਗਣਾ ਸੌਖਾ ਹੈ, ਸਿਮਰਨ ਕਰਨਾ ਔਖਾ ਹੈ। ਮੰਗਣਾ ਸੌਖਾ ਹੈ, ਬਾਣੀ ਪੜ੍ਹਨੀ ਔਖੀ ਹੈ। ਅਖੰਡ ਪਾਠ ਕਰਾਉਣਾ ਸੌਖਾ ਹੈ, ਸਹਿਜ ਪਾਠ ਕਰਨਾ ਔਖਾ ਹੈ। ਅਖੰਡ ਪਾਠ ਕਰਾਉਣਾ ਸੌਖਾ ਹੈ, ਸਹਿਜ ਪਾਠ ਕਰਨਾ ਔਖਾ ਹੈ। ਕਿਉਂ? ਆਪ ਕਰਨਾ ਪੈਣਾ। ਮੇਰੇ ਵਰਗਾ ਅਮੀਰ ਹੈ, ਦਿੱਤੇ 5,500 ਅਖੰਡ ਪਾਠ ਕਰਾ ਲਿਆ। ਕਰ ਕੀ ਔਖਾ? ਸਹਿਜ ਪਾਠ ਔਖਾ, ਆਪ ਕਰਨਾ ਪੈਣਾ ਨਾ। ਅਖੰਡ ਪਾਠ ਪੈਸੇ ਦਿੱਤੇ ਕਰਾ ਲਿਆ ਜੀ। ਉਹਨੂੰ ਵੀ ਪਤਾ ਹੈ ਇਹ ਆਪ ਨਹੀਂ ਸਹਿਜ ਪਾਠ ਕਰਦਾ, ਅਖੰਡ ਪਾਠ ਕਰਾਉਂਦੇ। ਕਿਹਦੇ ਕੋਲ ਪੈਸੇ ਹੈਗੇ ਅਖੰਡ ਪਾਠ ਕਰਾ ਲੈਂਦੇ, ਚੱਲ ਬਈ। ਹਾਂਜੀ, ਇਸ ਲਈ ਫਲ ਘੱਟ ਮਿਲਦਾ। ਗਰੀਬ ਬੰਦਾ ਫੜ ਕੇ ਅਖੰਡ ਪਾਠ ਕਰੇ, ਉਹ ਹੋਰ ਗੱਲ ਹੁੰਦੀ ਵੀ ਹਾਂ ਇਹ ਵਿਚਾਰਾ ਕਰਾ ਨਹੀਂ ਸੀ ਸਕਦਾ, ਪਰ ਚਲੋ ਬਈ ਇਹਨੇ ਕਰਾ ਲਿਆ ਹੈ। ਇਹ ਔਰ ਕੋਈ ਤਾਂ ਅਮੀਰ ਹੈ, ਇਹਨੂੰ ਕੀ 4 ਕਰਾ ਲਿਆ, ਚਾਹੇ ਮਹੀਨੇ 'ਚ 5 ਕਰਾ ਲਿਆ, ਇਹਦਾ ਕੀ ਹੈ। ਜਦੋਂ ਮੈਂ ਆਪ ਸਹਿਜ ਪਾਠ ਕਰਾਂਗਾ ਨਾ, ਫਿਰ ਛੇਤੀ ਗੱਲ ਬਣ ਸਕਦੀ ਹੈ। ਪਰ ਮੈਨੂੰ ਹੁਣ ਸਿਮਰਨ ਦੀ ਆਦਤ ਪੈ ਗਈ, ਪਾਠ ਦੀ ਘੱਟ ਆਦਤ ਹੈ। ਮੈਂ ਤਾਂ 3 ਘੰਟੇ ਬਾਣੀ ਪੜ੍ਹਦਾ ਹਾਂ। 1 ਘੰਟਾ ਬਾਣੀ ਨਿਤਨੇਮ 'ਤੇ ਲੱਗ ਜਾਂਦਾ, ਸਵੇਰ ਸ਼ਾਮ ਨੂੰ। 1 ਘੰਟਾ ਪਾਠ ਸਿਖਾਉਂਦਾ, 1 ਘੰਟਾ ਕਥਾ ਕਰਦਾ, 1 ਘੰਟਾ ਮੈਂ ਅਰਥਾਂ ਨਾਲ ਬਾਣੀ ਪੜ੍ਹਦਾ। 4 ਕੁ ਘੰਟੇ ਬਾਣੀ ਪੜ੍ਹਦੇ ਬਾਕੀ ਮੈਂ ਲੇਟਿਆ ਬੈਠਾ ਆਪਣਾ ਸਿਮਰਨ ਕਰਦਾ, ਜਿੰਨਾ ਮੇਰੇ ਤੋਂ ਹੁੰਦਾ। ਸਹਿਜ ਪਾਠ ਕਰਨ ਦਾ ਮੈਨੂੰ ਸ਼ੌਕ ਨਹੀਂ ਹੈ। ਮੈਂ ਵੀ ਕਹਾਂ ਜੀ ਮੈਂ ਕਰਦਾ ਜੀ, ਜੀ ਉਹ ਹੈ। ਪਰ ਇੰਨਾ ਮੈਨੂੰ ਪਤਾ ਵੀ ਜਿੱਦੇ ਮੈਂ ਆਪ ਸਹਿਜ ਪੜ੍ਹ ਕਰਨ ਲੱਗੇ ਅਤੇ ਅਖੰਡ ਪਾਠ ਬੰਦ ਕਰਾ ਅਤੇ ਮੈਨੂੰ ਫਲ ਜ਼ਿਆਦਾ ਮਿਲਣਾ ਵੀ ਹਾਂ ਹੁਣ ਆਪ ਲੱਗਾ ਇਹ ਆਪ ਲੱਗਾ। ਅਮੀਰ ਆਦਮੀ ਨੂੰ ਕੀ ਔਖਾ ਅਖੰਡ ਪਾਠ ਕਰਾਉਣਾ, ਉਹ ਕਰਾ ਲੈਂਦਾ ਹੁੰਦਾ। ਗੁਰੂਆਂ ਵੇਖਦੇ ਔਖਾ ਤਾਂ ਕੋਈ ਹੋ ਹੀ ਨਹੀਂ ਰਿਹਾ ਹੈ।
सहज पढ़ करेगा, लाएगा ना घंटा 2 घंटे रोज, ਤਾਂ ਹੀ ਉਹ ਮੁੱਕੂ ਨਾ। ਲਾ ਵੀ ਸਜਣ। ਸੋ ਗੁਰੂ ਮਹਾਰਾਜ ਕਹਿੰਦੇ ਦੂਰ ਨਾ ਹੋਈ ਕਤੂ ਨਾ ਜਾਈਏ। ਪਰਮਾਤਮਾ ਦੂਰ ਨਹੀਂ ਹੈ, ਸਾਨੂੰ ਕਿਤੇ ਦੂਰ ਨਹੀਂ ਜਾਣਾ ਚਾਹੀਦਾ ਉਸ ਤੋਂ। ਨਦਰ ਕਰੇ ਤਾਂ ਹਰ ਹਰ ਪਾਈਏ। ਹਾਂ, ਜੋ ਕਿਰਪਾ ਦ੍ਰਿਸ਼ਟੀ ਕਰਦੇ ਤਾਂ ਹਰੀ ਦੀ ਪ੍ਰਾਪਤੀ ਹੋ ਸਕਦੀ ਹੈ। ਪਰਮਾਤਮਾ ਦੂਰ ਨਹੀਂ ਹੈ, ਸਾਨੂੰ ਉਸ ਤੋਂ ਦੂਰ ਨਹੀਂ ਜਾਣਾ ਚਾਹੀਦਾ। ਜਦੋਂ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਡਾ ਕੰਮ ਹੈ ਮਿਹਨਤ ਕਰਨਾ, ਫਲ ਪਰਮਾਤਮਾ ਨੇ ਦੇਣਾ। ਅਸੀਂ ਕਈ ਵਾਰੀ ਫਲ ਵੀ, ਸਾਨੂੰ ਫਲ ਨਹੀਂ ਮਿਲਦਾ ਛੇਤੀ, ਅਸੀਂ ਕਾਹਲੇ ਪੈ ਜਾਂਦੇ। ਸਾਨੂੰ ਹੁਕਮ ਹੈ ਮਿਹਨਤ ਕਰੀ ਜਾਣ ਦਾ, ਫਲ ਪਰਮਾਤਮਾ ਨੇ ਦੇਣਾ ਹੈ। ਛੇਤੀ ਦਿੰਦਾ ਹੈ, ਦੇਰ ਨਾਲ ਦਿੰਦਾ ਹੈ, ਥੋੜ੍ਹਾ ਦਿੰਦਾ ਹੈ, ਬਹੁਤਾ ਦਿੰਦਾ ਹੈ, ਪਰ ਫਲ ਜ਼ਰੂਰ ਦਿੰਦਾ। ਇੱਕ ਵਾਰ ਵੀ ਤੁਸੀਂ ਮੂੰਹੋਂ ਵਾਹਿਗੁਰੂ ਕਹਿ ਰਹੇ, ਉਹ ਵੀ ਉੱਥੇ ਲਿਖਿਆ ਧਰਮਰਾਜ ਦੇ, ਮੈਨੇ ਸਾਰੀ ਉਮਰ 'ਚ ਇੱਕ ਵਾਰੀ ਵਾਹਿਗੁਰੂ ਕਿਹਾ ਸੀ, ਉਹਦਾ ਵੀ ਫਲ ਮਿਲਣਾ, ਉਹਦਾ ਫਲ। ਕਿਉਂਕਿ ਕੋਈ ਵੀ ਤੁਸੀਂ ਕਰਮ ਕਰਦੇ ਹੋ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ। ਕੋਈ ਕਰਮ ਜ਼ਿਆਦਾ ਕੀਤਾ ਸਮਾਂ, ਉਹਦਾ ਫਲ ਵੱਧ ਹੈ। ਕੋਈ ਕਰਮ ਘੱਟ ਕੀਤਾ, ਉਹਦਾ ਫਲ ਘੱਟ। ਇੱਕ ਬੰਦੇ ਨੇ ਇੱਕ ਅੱਧੀ ਵਾਰੀ ਚੋਰੀ ਕੀਤੀ ਜ਼ਿੰਦਗੀ 'ਚ, ਉਹਦਾ ਫਲ ਘੱਟ ਹੈ। ਇੱਕ ਬੰਦਾ ਸਾਰੀ ਉਮਰ ਹੀ ਚੋਰੀਆਂ ਕਰਦਾ ਰਹੇ, ਉਹਦਾ ਫਲ ਵੱਧ ਹੈ। ਜਦੋਂ ਸਜ਼ਾ ਮਿਲਣੀ ਉਹਨੇ ਬਹੁਤ ਜ਼ਿਆਦਾ ਮਿਲਣੀ ਹੈ ਕਿ ਤੂੰ ਸਾਰੀ ਉਮਰ ਹੀ ਚੋਰੀਆਂ ਕਰਦਾ ਰਹੇ। ਉਹ ਤਾਂ ਕਹਿ ਰਹੇ ਚਲੋ ਇੱਕ ਅੱਧਾ ਥੱਪੜ ਮਾਰਦੇ, ਚਲੋ ਅੱਗੇ ਤੋਂ ਚੋਰੀ ਕਰੇ। ਵੀ ਇਹਨੇ ਚਲੋ ਇੱਕ ਅੱਧੀ ਵਾਰੀ ਕੀਤੀ, ਚਲ ਕੋਈ ਗੱਲ ਨਹੀਂ, ਇੱਕ ਕਰਦੇ ਹੀ ਰਿਹਾ ਸਾਰੀ ਉਮਰ। ਸੋ ਜਿੰਨਾ ਲੰਮਾ ਕਰਮ ਓਨੀ ਲੰਮੀ ਸਜ਼ਾ ਜਾਂ ਇਨਾਮ, ਜਿਹੋ ਜਿਹਾ ਅਸੀਂ ਕਰਮ ਕੀਤਾ। ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਨਾਨਕ ਕਿਉਂਕਿ ਕੱਕੇ ਨੌਕਲ ਹੈ, ਗੁਰੂ ਮਹਾਰਾਜ ਆਪਣੇ ਵੱਲੋਂ ਕਹਿੰਦੇ ਇਸ ਲਈ ਅਰਦਾਸ ਕਰੀ। ਕਹਿੰਦੇ ਮੈਂ ਪੂਰੇ ਗੁਰੂ ਦੇ ਅੱਗੇ ਅਰਦਾਸ ਕਰਦਾ ਹਾਂ। ਕੀ ਅਰਦਾਸ ਕਰਦਾ? ਅਰਦਾਸ 'ਚ ਆਪਾਂ ਕੁਝ ਮੰਗਦੇ ਹਾਂ। ਅਰਦਾਸ ਦੇ ਵਿੱਚ ਹਮੇਸ਼ਾ ਕੁਝ ਮੰਗਿਆ ਜਾਂਦਾ, ਗੁਰੂ ਵੀ ਮੰਗਦੇ ਨੇ। ਤਾਂ ਹੀ ਗੁਰਬਾਣੀ ਕਹਿੰਦੀ ਦਾਤਾ ਤੇ ਇੱਕੋ ਹੈ, ਬਾਕੀ ਸਾਰੇ ਮੰਗਦੇ ਨੇ। ਇੰਨੇ ਕੋਈ ਧੀ ਪੁੱਤ ਮੰਗ ਰਿਹਾ, ਕੋਈ ਨਾਮ ਮੰਗ ਰਿਹਾ, ਕੋਈ ਰੱਬ ਮੰਗ ਰਿਹਾ, ਮੰਗ ਹਰ ਇੱਕ ਰਿਹਾ ਹੈ। ਗੁਰੂ ਮਹਾਰਾਜ ਕੇ ਨਾਨਕ ਮੰਗੈ ਹਰ ਧਨ ਰਾਸ। ਮੈਨੂੰ ਤੇ ਨਾਮ ਧਨ ਦੀ ਪੂੰਜੀ ਚਾਹੀਦੀ ਹੈ। ਇਹ ਪ੍ਰਮਾਤਮਾ ਮੈਨੂੰ ਨਾਮ ਧਨ ਚਾਹੀਦਾ, ਮੈਂ ਤੇਰੇ ਤੋਂ ਇਹ ਮੰਗਦਾ। ਇਸ ਮੰਗ ਨੂੰ ਗੁਰਬਾਣੀ ਅਨੁਸਾਰ ਸਭ ਤੋਂ ਉੱਤਮ ਮੰਗ ਗਿਣਿਆ ਗਿਆ ਹੈ। ਆਸਾ ਮਹਿਲਾ ਪੰਜਵਾਂ। ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੋਆ ਸੁਖ। ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਉ। ਜਦੋਂ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਨਾ, ਕਰ ਕਿਰਪਾ ਗੁਰ ਦੀਨੋ ਨਾਉ, ਗੁਰੂ ਨੇ ਕਿਰਪਾ ਕਰਕੇ ਨਾਮ ਦਿੱਤਾ। ਫਿਰ ਕੀ ਹੋਇਆ? ਪ੍ਰਥਮੇ ਸਭ ਤੋਂ ਪਹਿਲਾਂ ਮਿਟਿਆ ਤਨ ਕਾ ਦੁਖ, ਸਰੀਰਕ ਦੁੱਖ ਮਿਟ ਗਿਆ। ਮਨ ਸਗਲ ਕੋ ਹੋਆ ਸੁਖ, ਸਾਰੇ ਮਨ ਨੂੰ ਸੁਖੀ ਹੋ ਗਏ, ਮਨ ਸੁਖੀ ਹੋ ਗਿਆ ਹੈ, ਸਰੀਰ ਦਾ ਦੁੱਖ ਖਤਮ ਹੋ ਗਿਆ ਹੈ। ਕਰ ਕਿਰਪਾ ਗੁਰ ਦੀਨੋ ਨਾਉ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ। ਬਲ ਬਲ ਤਿਸ ਸਤਿਗੁਰ ਕੋ ਜਾਉ, ਮੈਂ ਇਸੇ ਇਹੋ ਜਿਹੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਜਿਹਨੇ ਮੈਨੂੰ ਨਾਮ ਦੀ ਦਾਤ ਦਿੱਤੀ। ਨਾਮ ਦੀ ਦਾਤ ਨਾਲ ਮੇਰੇ ਮਨ ਦੇ, ਮੇਰੇ ਤਨ ਦੇ ਸਾਰੇ ਦੁੱਖ ਦੂਰ ਹੋ ਗਏ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ। ਸਤਿਗੁਰ ਕੀ ਸ਼ਰਨਾਈ। ਕਹਿੰਦੇ ਜਿਹਨੂੰ ਹੈ ਮੇਰੇ ਭਾਈ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ, ਕੀ ਹੋਇਆ? ਉਹ ਫਿਰ ਸਤਿਗੁਰ ਦੀ ਸ਼ਰਨ 'ਚ ਆ ਜਾਂਦਾ। ਗੁਰੂ ਦੀ ਸ਼ਰਨ 'ਚ ਆਉਣ ਨਾਲ ਕਹਿੰਦਾ ਰੋਗ ਸੋਗ ਸਭ ਦੁਖ ਬਿਨਸ। ਰੋਗ ਖਤਮ ਹੋ ਗਏ, ਸੋਗ ਖਤਮ ਹੋ ਗਏ, ਸਾਰੇ ਦੁੱਖ ਖਤਮ ਹੋ ਗਏ।
ਗੁਰੂ ਦੀ ਸ਼ਰਨ 'ਚ ਆਉਣ ਨਾਲ, ਕਿਉਂ ਗੁਰੂ ਮੇਰੇ ਫਿਰ ਕਿਰਪਾ ਕਰ ਦਿੰਦੇ। ਜਿਵੇਂ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਤਲਵੰਡੀ ਪਿੰਡ ਹੈ, ਉੱਥੇ ਇੱਕ ਲੰਗੜਾ ਸਿੱਖ ਰਹਿੰਦਾ ਹੁੰਦਾ। ਉਹ ਹਰ ਰੋਜ਼ ਤੀਸਰੇ ਪਾਤਸ਼ਾਹ ਲਈ ਆਪਣੇ ਘਰੋਂ ਦਹੀਂ ਲੈ ਕੇ ਜਾਇਆ ਕਰਦਾ ਸੀ। ਤੀਸਰੇ ਪਾਤਸ਼ਾਹ ਉਹਦੇ ਦਹੀਂ ਨਾਲ ਫਿਰ ਰੋਟੀ ਖਾਇਆ ਕਰਦੇ ਸਨ। ਕਈ ਸਾਲ ਉਹ ਲਿਜਾਂਦਾ ਰਿਹਾ। ਇੱਕ ਦਿਨ ਜਿਹੜਾ ਪਿੰਡ ਦਾ ਚੌਧਰੀ ਸੀ, ਉਹ ਸੀ ਨਾਸਤਕ। ਉਹ ਕਹਿੰਦਾ, ਲੰਗੜਿਆ, ਇਹ ਤੂੰ ਰੋਜ਼ ਕੀ ਲੈ ਕੇ ਜਾਂਦਾ? ਕਹਿੰਦਾ, ਜੀ ਮੈਂ ਦਹੀਂ ਲੈ ਕੇ ਜਾਂਦਾ। ਕਿਹਦੇ ਲਈ ਲੈ ਕੇ ਜਾਂਦਾ? ਕਹਿੰਦਾ, ਮੈਂ ਗੁਰੂ ਅਮਰਦਾਸ ਮਹਾਰਾਜ ਲਈ ਲੈ ਕੇ ਜਾਂਦਾ। ਕਹਿੰਦੇ, ਅੱਛਾ, ਤੂੰ ਕਾਫੀ ਸਮੇਂ ਤੋਂ ਲੈ ਕੇ ਜਾ ਰਿਹਾ, ਜਿਹਦੇ ਲਈ ਤੂੰ ਦਹੀਂ ਲੈ ਕੇ ਜਾ ਰਿਹਾ, ਉਹਨੂੰ ਕਿਉਂ ਨਹੀਂ ਕਹਿੰਦਾ ਮੇਰੀ ਲੱਤ ਠੀਕ ਕਰ ਦਿਓ ਜੀ? ਉਹਨੇ ਕੁਛ ਨਹੀਂ ਅੱਗੋਂ ਬੋਲਿਆ। ਗੁਰੂ ਮਹਾਰਾਜ ਕੋਲ ਦਹੀਂ ਜਾ ਕੇ ਰੱਖੇ। ਗੁਰੂ ਮਹਾਰਾਜ ਜਾਣੀ ਜਾਣ ਸਨ। ਕਹਿੰਦੇ, ਸਿੱਖਾ ਕੀ ਗੱਲ ਹੈ, ਅੱਜ ਉਦਾਸ ਹੈ? ਕਹਿੰਦੇ, ਜੀ ਆਹ ਗੱਲ ਹੋ ਗਈ ਹੈ, ਚੌਧਰੀ ਨਾਸਤਕ ਹੈ, ਉਹ ਮੈਨੂੰ ਬੋਲੀ ਮਾਰਦਾ, ਜਿਹਦੇ ਲਈ ਤੂੰ ਰੋਜ਼ ਦਹੀਂ ਲੈ ਕੇ ਜਾਂਦਾ, ਉਹ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ? ਕਹਿੰਦੇ, ਅੱਛਾ, ਬਾਹਰ ਨਾ ਬਾਬਾ ਬੁੱਢਾ ਜੀ ਵਾਣ ਕੁੱਟ ਰਹੇ ਨੇ। ਵਾਣ ਵੱਟਣਾ ਸੀ ਨਾ ਪਹਿਲਾਂ। ਉਹਨਾਂ ਨੇ ਕਿਹਾ, ਜੀ ਮੇਰੀ ਲੱਤ ਠੀਕ ਕਰ ਦਿਓ। ਅੱਗੋਂ ਉਹ ਵੀ ਜਾਣੀ ਜਾਣ ਸਨ। ਜਦੋਂ ਆਇਆ, ਕਹਿੰਦਾ, ਜੀ ਮੇਰੀ ਲੱਤ ਠੀਕ ਕਰ ਦਿਓ। ਉਹ ਜਿਹੜੀ ਸੋਟੀ ਸੀ ਨਾ ਉਹਨਾਂ ਕੋਲ, ਉਹ ਲੱਤ 'ਤੇ ਮਾਰੀ। ਕਹਿੰਦਾ, ਠੀਕ ਗੁਰੂ ਮਹਾਰਾਜ ਨੇ ਕਰਨਾ, ਨਾਮ ਮੇਰਾ। ਜਦੋਂ ਮਾਰੀ ਸੋਟੀ, ਉਹਦੀ ਲੱਤ ਸਿੱਧੀ ਹੋ ਗਈ। ਉਹ ਤਾਂ ਭੱਜਿਆ ਜਾ ਰਿਹਾ। ਅੱਗੋਂ ਉਹੀ ਕੁਦਰਤ ਚੌਧਰੀ ਮਿਲ ਪਿਆ। ਉਹ ਤਾਂ ਹੱਕਾ ਬੱਕਾ ਹੋ ਗਿਆ ਵੀ ਤੇ ਲੰਗੜਾ ਸੀ, ਇਹ ਤਾਂ ਠੀਕ ਠਾਕ ਭੱਜਿਆ ਆ ਰਿਹਾ ਹੈ। ਕਹਿੰਦਾ, ਵੀ ਸੱਚੋ ਸੱਚ ਦੱਸ। ਕਹਿੰਦੇ, ਜੀ ਗੁਰੂ ਮਹਾਰਾਜ ਨੇ ਮੇਰੀ ਲੱਤ ਠੀਕ ਕਰਤੀ। ਕਿਹਾ, ਯਾਰ ਮੈਨੂੰ ਵੀ ਲੈ ਚੱਲ। ਚੌਧਰੀ ਗੁਰੂ ਮਹਾਰਾਜ ਕੋਲ ਉਹ ਵੀ ਗੁਰੂ ਮਹਾਰਾਜ ਦਾ ਸਿੱਖ ਹੋ ਗਿਆ। ਜਦੋਂ ਚੌਧਰੀ ਪਿੰਡ ਦਾ ਸਿੱਖ ਹੋ ਗਿਆ, ਸਾਰਾ ਸਿੱਖ ਹੀ ਗੁਰੂ ਮਹਾਰਾਜ ਦਾ ਸਿੱਖ, ਸਾਰਾ ਪਿੰਡ ਹੀ ਗੁਰੂ ਮਹਾਰਾਜ ਦਾ ਸਿੱਖ ਹੋ ਗਿਆ। ਇਸ ਲਈ ਗੁਰੂ ਦੀ ਸ਼ਰਨ 'ਚ ਆ ਗਿਆ ਉਹ। ਗੁਰੂ ਮਹਾਰਾਜ ਕਿਰਪਾ ਕਰਦੇ, ਰੋਗ ਦੂਰ ਕਰਦੇ। ਸੋ ਗੁਰੂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਵੇਖਣੀ ਹੁੰਦਾ। ਬਸ ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦੁਰ। ਹੁਣ ਤਾਂ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਹੁੰਦਾ, ਬਸ ਦੁੱਖ ਦੂਰ ਕਰ ਦੇਣੇ। ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲੈਂਦਾ ਹੈ, ਭਾਵ ਗੁਰੂ ਦੀ ਯਾਦ ਨੂੰ ਹਿਰਦੇ 'ਚ ਵਸਾ ਲੈਂਦਾ ਹੈ, ਮਨ ਚਿੰਤਤ, ਜੋ ਮਨ 'ਚ ਉਹਨੇ ਸੋਚੇ ਹੋਏ ਨਾ, ਸਗਲੇ ਫਲ ਪਾਏ, ਉਹਨੂੰ ਸਾਰੇ ਫਲ ਪ੍ਰਾਪਤ ਹੋਏ। ਇਹ ਤਾਂ ਫਲ ਕੋਈ ਸੇਬ ਤੋਂ ਜਾਂ ਸੰਗਤਰਿਆ ਤੋਂ ਨਹੀਂ, ਵੀ ਜੋ ਉਹਨੇ ਸੋਚਿਆ ਸੀ ਸਾਰੀ ਉਹਦੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਬਸ ਗੁਰੂ ਦੀ ਯਾਦ ਨੂੰ ਹਿਰਦੇ 'ਚ ਵਸਾਉਣਾ। ਅਗਨ ਬੁੱਝੀ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀਨੀ ਦਾਤ। ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਦਿੱਤੀ। ਫਿਰ ਮਨੁੱਖ ਨੇ ਨਾਮ ਜਪਿਆ, ਅੰਦਰ ਜੋ ਤ੍ਰਿਸ਼ਨਾਵਾਂ ਦੀ ਅੱਗ ਸੀ ਉਹ ਬੁਝ ਗਈ, ਤੇ ਮਨ ਨੂੰ ਸ਼ਾਂਤੀ ਹੋ ਗਈ। ਤ੍ਰਿਸ਼ਨਾਵਾਂ ਇੱਛਾਵਾਂ ਹੀ ਸਾਡੇ ਮਨ ਨੂੰ ਅਸ਼ਾਂਤ ਕਰਦੀਆਂ ਹਨ। ਗੁਰੂ ਨੇ ਨਾਮ ਦੀ ਦਾਤ ਦਿੱਤੀ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਿਆ। ਸਿਮਰਨ ਕਰਦਿਆਂ ਕਰਦਿਆਂ ਅੰਦਰ ਤ੍ਰਿਸ਼ਨਾ ਹੀ ਖਤਮ ਹੋ ਗਈ ਹੈ, ਇਸ ਲਈ ਮਨ ਨੂੰ ਸ਼ਾਂਤੀ ਹੋ ਗਈ। ਜਿਹੜੀ ਤੇ ਪਰਮਾਤਮਾ ਕਹਿੰਦਾ ਵੀ ਇਹ ਕਰਦਾ ਮੇਰੀ ਭਜਨ ਬੰਦਗੀ, ਇਹਦੀ ਇੱਕ ਆ ਇੱਛਾ ਜਾਇਜ਼ ਹੈ, ਠੀਕ ਹੈ, ਇਹਦੇ ਭਲੇ ਲਈ ਹੈ, ਉਹ ਤਾਂ ਪੂਰੀ ਕਰ ਦਿੰਦਾ। ਜਿਹੜੇ ਦੇਖਦਾ ਹੈ ਕਿ ਇਸ ਨੂੰ ਪਤਾ ਨਹੀਂ ਜੋ ਇਹ ਮੰਗ ਰਿਹਾ ਬਾਅਦ 'ਚ ਇਹਦੇ ਲਈ ਦੁਖਦਾਈ ਹੋਵੇਗਾ, ਉਹ ਇੱਛਾ ਹੀ ਖਤਮ ਕਰ ਦਿੰਦਾ, ਕਿਉਂਕਿ ਨਹੀਂ ਚਾਹੁੰਦਾ ਮੇਰਾ ਸਿੱਖ ਦੁਖੀ ਹੋਵੇ। ਉਹ ਸਿੱਖ ਦੀ ਉਹੀ ਇੱਛਾ ਪੂਰੀ ਕਰਦਾ ਜੋ ਸਿੱਖ ਲਈ ਬਾਅਦ 'ਚ ਲਾਭਦਾਇਕ ਹੋਵੇਗੀ। ਇਸ ਲਈ ਤੁਸੀਂ ਮੰਗ ਰਹੇ ਹੋ, ਤੁਹਾਨੂੰ ਨਹੀਂ ਮਿਲ ਰਿਹਾ, ਉਸ ਨੂੰ ਕਹੋ ਠੀਕ ਹੈ, ਜੋ ਨਹੀਂ ਦੇ ਰਿਹਾ ਇਹਦੇ 'ਚ ਮੇਰਾ ਭਲਾ ਹੋਣਾ ਹੈ। ਉਦੋਂ ਸਾਨੂੰ ਜ਼ਰੂਰ ਦੁੱਖ ਹੁੰਦਾ ਹੈ ਜੋ ਸਾਡੀ ਇੱਛਾ ਪੂਰੀ ਨਹੀਂ ਹੁੰਦੀ, ਬਾਅਦ 'ਚ ਪਤਾ ਲੱਗਦਾ ਜੋ ਹੈ ਠੀਕ ਹੋਇਆ। ਜਦੋਂ ਮੈਨੂੰ ਹਰਿਆਣਾ ਸਰਕਾਰ ਨੇ ਨੌਕਰੀ ਨਾ ਦਿੱਤੀ, ਮੈਨੂੰ ਦੁੱਖ ਹੋਇਆ। ਕੁਦਰਤੀ ਗੱਲ ਹੈ, ਹੁੰਦਾ ਹੀ ਹੈ,
ਵੀ ਸਿਰ ਮੈਨੂੰ ਇਸ ਲਈ ਨਹੀਂ ਨੌਕਰੀ ਦਿੱਤੀ ਕਿ ਜਿਹੜਾ ਬੰਸੀ ਲਾਲ ਨੇ ਆਰਡਰ ਕਰਦੇ ਕਿਸੇ ਸਰਦਾਰ ਨੂੰ ਨੌਕਰੀ ਹੀ ਨਹੀਂ ਦੇਣੀ, ਉਹਨੂੰ ਮੈਂ ਨਹੀਂ ਦਿੱਤੀ। ਮੈਨੂੰ ਦੁੱਖ ਹੋਇਆ, ਪਰ ਜਦੋਂ ਮੈਨੂੰ ਪੰਜਾਬ 'ਚ ਨੌਕਰੀ ਮਿਲੀ ਫਿਰ ਉਹਨੂੰ ਪਤਾ ਲੱਗਿਆ ਵੀ ਓਹੋ ਗੁਰੂ ਮਹਾਰਾਜ ਇੱਕ ਤਾਂ ਮੈਨੂੰ ਸਾਰੀ ਉਮਰ ਹਿੰਦੀ ਬੋਲਣ ਤੋਂ ਬਚਾ ਕੇ ਰੱਖਣਾ ਸੀ ਵੀ ਆਪਣਾ ਪੰਜਾਬੀ 'ਚ ਗੱਲਬਾਤ ਕਰ ਮਹਾਤਮਾ, ਦੂਜਾ ਇੱਥੇ ਆ ਸੇਵਾ ਲੈਣੀ ਸੀ। ਜੇ ਮੈਨੂੰ ਹਰਿਆਣੇ 'ਚ ਮਿਲ ਜਾਂਦੀ ਫਿਰ ਇੱਥੇ ਨਹੀਂ ਸੀ ਗੱਲ ਬਣਨੀ। ਸੋ ਕਈ ਵਾਰੀ ਬਾਅਦ 'ਚ ਜਾ ਕੇ ਪਤਾ ਲੱਗਦਾ ਜੋ ਹੋਇਆ ਠੀਕ ਹੋਇਆ ਹੈ, ਉਹ ਮੇਰੇ ਭਲੇ 'ਚ ਹੋਇਆ ਜੋ ਹੋਇਆ। ਮੈਨੂੰ ਮਿੰਦਰਗੜ੍ਹ 'ਚ ਗੁੜਗਾਵਾਂ ਵੱਲ ਕਿਤੇ ਲਾ ਦਿੰਦੇ, ਉੱਥੇ 2.5 ਤਾਂ ਸਰਦਾਰ ਨਹੀਂ ਹੈਗੇ, ਉੱਥੇ ਕਿੱਥੇ ਗੱਲ ਬਣਨੀ ਸੀ। ਸੋ ਇਸ ਲਈ ਕਹਿੰਦੇ ਗੁਰੂ ਨੇ ਨਾਮ ਦੀ ਦਾਤ ਦਿੱਤੀ, ਕਿਰਪਾ ਕੀਤੀ, ਉਹਦੇ ਨਾਲ ਤ੍ਰਿਸ਼ਨਾਵਾਂ ਦੀ ਅੱਗ ਬੁਝ ਗਈ ਅਤੇ ਮਨ ਨੂੰ ਸ਼ਾਂਤੀ ਹੋ ਗਈ। ਸਤਿਕਾਰਯੋਗ ਸਾਰੀ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।